ਸਾਹਿਬ ਕਰਤਾ ਪੁਰਖ ਨਿਰਭਉ ਨਿਰਵੈਰੁ ਕਾਲ ਮੂਰਤਿ ਆਜੂਨੀ ਸੈਭੰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਸਚ ਵਾਹਿਗੁਰੂ। ਸ਼ਲੋਕ ਢੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਤੇ ਕਰ ਹੱਥ ਕਿਰਪਾ ਕਰੋ ਸਾਧੂ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਹਾਟੀ ਕਾ ਕਿਆ ਧੋਪੈ ਸੁਆਮੀ ਨਾਨਕ ਜੀ ਗਤ ਏਕ ਮੈਂ ਨਹੀਂ ਕਛ ਹਾਉ ਨਹੀਂ ਕਛ ਆਹੇ ਨ ਮੋਰਾ ਸੰਸਰ ਲੱਜਾ ਰਾਖ ਲਿਹੋ ਸਤਨਾ ਜਨ ਤੋਰਾ ਜੋ ਸੱਜਣ ਮਹਿੰਦਿਆ ਦੇਈ ਸਿਸ ਉਤਾਰ ਨੈਣ ਮਹੰਦੇ ਤਰਸ ਦੇ ਸਤਿਗੁਰੂ ਗਰੀਬ ਨਵਾਜ ਪਤਿ ਪਾਵਨ ਸੰਤੂ ਨਿਰੰਕਾਰ ਅਕਾਲ ਪੁਰਖ ਦਸਾਂ ਸਰੂਪਾਂ ਦੀ ਆਤਮ ਜੋਤ ਜੁਗੋ ਜੁਗ ਅਟਲ ਸ਼ਾਂਤੀ ਦੇ ਪੁੰਜ ਹਾਜ਼ਰ ਹਜ਼ੂਰ ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਦੂਰ ਨੇੜੇ ਬੈਠੇ ਸਾਰੇ ਵੀਰ ਮਾਈ ਭਾਈ ਰਸਨਾ ਨੂੰ ਪਵਿੱਤਰ ਕਰੋ ਪਿਆਰ ਨਾ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕੁਝ ਦਿਨਾਂ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਤਥਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਬੜੀ ਸਰਧਾ ਨਾਲ ਪ੍ਰੇਮ ਨਾਲ ਪਿਆਰ ਨਾਲ ਸੰਗਤਾਂ ਮਨਾ ਰਹੀਆਂ ਹਨ। ਗੁਰੂ ਦੀਆਂ ਕੁਰਬਾਨੀਆਂ ਤੇ ਬਵਾਨੀਆਂ ਕਹਾਣੀਆਂ ਤਾਜ਼ੀਆਂ ਕਰਨ ਵਾਸਤੇ ਸਿੱਖਿਆਵਾਂ ਦੀ ਪ੍ਰਾਪਤੀ ਕਰਨ ਵਾਸਤੇ ਸਾਹਿਬਾਂ ਦੇ ਬਚਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹਨ ਕਿ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਮੰਗੋ ਨਾਮ ਗੋਬਿੰਦ ਸੰਤਰੇਨਾ। ਜਿਹੜੀ ਵਸਤੂ ਅੱਖਾਂ ਗੋਚਰੀ ਹੈ ਨਿਗਾਹ ਵੇਖ ਰਹੀ ਹੈ ਧਰਤੀ ਨੂੰ ਆਕਾਸ਼ ਨੂੰ ਪਤਾਲ ਨੂੰ ਬਨਾਸਪਤੀ ਜੀਵ ਜੰਤ ਨੂੰ ਸਭ ਮਿਥਿਆ ਹੈ ਸਭ ਝੂਠੀ ਹੈ ਸਭ ਨਾਸਵਾਨ ਹੈ। ਮਿਥਿਆ ਝੂਠੀ ਨਾਸਵਾਨ ਵਸਤੂ ਕੋਈ ਵੀ ਜੀਵ ਆਤਮਾ ਦੇ ਨਾਲ ਲੋਕ ਤੋਂ ਪ੍ਰਲੋਕ ਨੂੰ ਨਹੀਂ ਜਾਂਦੀ ਪ੍ਰਲੋਕ ਤੱਕ ਨਹੀਂ ਪਹੁੰਚਦੀ। ਕੀ ਪਹੁੰਚਦਾ ਹੈ? ਕੇਵਲ ਕਮਾਇਆ ਧਰਮ ਤੇ ਜਪਿਆ ਨਾਮ ਉਹ ਪ੍ਰਲੋਕ ਤੱਕ ਜੀਵ ਆਤਮਾ ਦੇ ਨਾਲ ਜਾਂਦਾ ਹੈ ਤੇ ਪਰਮੇਸ਼ਰ ਦੇ ਪਿਆਰੇ ਮਿਥਿਆ ਝੂਠੀ ਵਸਤੂ ਨਾਲ ਝੂਠੀ ਪ੍ਰੀਤੀ ਨਹੀਂ ਪਾਉਂਦੇ ਸੱਚੀ ਵਸਤੂ ਨਾਲ ਪ੍ਰੀਤੀ ਪਾਉਂਦੇ ਜਿਹੜੀ ਲੋਕ ਤੋਂ ਪ੍ਰਲੋਕ ਤੱਕ ਨਾਲ ਦੇਵੇ। ਇਹ ਸਿਆਣੀਆਂ ਤੇ ਪੁੱਗੀਆਂ ਆਤਮਾ ਦੇ ਹਿੱਸੇ ਹੀ ਗੱਲ ਆਈ ਹੈ। ਹੁਣ ਇਹ ਆਪ ਸੁਣ ਰਹੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖਿਓ ਹੀ ਸਭ ਲਾਗੂ ਕਿਆ ਦਾਰਾ ਕਿਆ ਮੀਤ। ਸਾਰਾ ਘਰ ਵਾਲੀ ਇਸਤਰੀ ਹੋਵੇ ਚਾਹੇ ਮਿੱਤਰ ਹੋਵੇ ਚਾਹੇ ਪੁੱਤਰ ਸੰਬੰਧੀ ਹੋਣ ਚਾਹੇ ਗਹਿਣਦਾਤ ਹੋਵੇ ਚਾਹੇ ਜਿਹੜਾ ਸਰੀਰ ਲਈ ਫਿਰਦੇ ਇਹੀ ਹੋਵੇ ਇਹ ਵੀ ਝੂਠਾ ਤੇ ਨਾਸਵਾਨ ਖਿੰਨ ਪੰਗਰ ਹੈ। ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਧਰ ਉਪਰ ਇਸ਼ਾਰੋ ਸਵਾਦ ਹੀ ਮਿੱਟੀ ਤੂੰ ਕਾਹੀਂ ਗਰਭ ਹੈ ਬਾਵਲੀ ਜੈਸੇ ਭਾਵੇਂ ਖੂਮਰਾ ਤਿਸਤੇ ਖਰੀ ਉਤਾਵਲੀ। ਕੋਈ ਮਨਿਆਦ ਨਹੀਂ ਸਰੀਰ ਦੀ ਨਾਸਵਾਨ ਹੈ ਝੂਠੀ ਹੈ। ਸਰੀਰ ਬਦਲੇ ਸਰੀਰ ਲਈ ਸੰਬੰਧੀਆਂ ਬਦਲੇ ਘਰ ਲਈ ਪਦਾਰਥਾਂ ਬਦਲੇ ਜਿਹੜਾ ਵੀ ਕੋਈ ਵਾਧੇ ਘਾਟੇ ਚੋਰੀਆਂ ਠੱਗੀਆਂ ਝੂਠ ਕਰਦਾ ਮਾਰਦਾ ਸਭ ਤੋਂ ਵੱਡਾ ਅਗਿਆਨੀ ਬੇਸਮਝ ਹੋਵੇਗਾ ਭਾਵੇਂ ਬੇਦਾਸ ਦਾ ਸਰੀਰ ਹੀ ਕਿਉਂ ਨਹੀਂ। ਹਰੇਕ ਵਾਸਤੇ ਗੁਰੂ ਕੀ ਬਾਣੀ ਦਾ ਉਪਦੇਸ਼ ਸਾਂਝਾ ਹੈ। ਸ਼ੁਭ ਸਿੱਖਿਆਵਾਂ ਆਪਾਂ ਨੂੰ ਦਿੰਦਾ ਹੈ
ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬੰਸਾਵਲੀ ਸੰਬੰਧ ਵਿੱਚ ਪਿੱਛੇ ਕੁਝ ਬਚਨ ਕੀਤੇ ਗਏ ਨੇ, ਹੁਣ ਕਰਨੇ ਆ, ਫਿਰ ਕਰਨੇ ਆ। ਗੁਰੂ ਕਥਾ ਸਾਰੀ ਉਮਰ ਹੀ ਪੜ੍ਹਨਾ ਹੈ, ਤੇ ਜੇ ਪੜ੍ਹਦਿਆਂ ਸਾਨੂੰ ਸਮਝ ਕੋਈ ਨਾ ਬੈਠੀ, ਮਨ ਤੇ ਅਸਰ ਕੋਈ ਨਾ ਹੋਇਆ, ਤੇ ਫਿਰ ਬਹੁਤਾ ਫਾਇਦਾ ਨਹੀਂ, ਕੁਝ ਹੀ ਫਾਇਦਾ ਹੋਵੇਗਾ ਗੁਰੂ ਕਾ ਇਤਿਹਾਸ ਵਾਚਣ ਦਾ ਤੇ ਪੜ੍ਹਨ ਦਾ। ਭਾਵੇਂ ਇਸ ਸਮੇਂ ਹਰ ਰੋਜ਼ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਚੱਲਦੇ ਪਾਠ ਹੁੰਦੇ ਨੇ। ਕੱਲ ਦੇ ਇਸ ਵੇਲੇ ਦੀ ਦੀਵਾਨ ਵਿੱਚ ਆਨੰਦ ਸਾਹਿਬ ਦੀ ਪਵਿੱਤਰ ਬਾਣੀ, ਜ਼ਿੰਦਗੀ ਜੀਵਨ ਦਾ ਆਨੰਦ ਦੇਣ ਵਾਲੀ, ਉਹਦੀ ਉਹ ਥਾਨਕਾ, ਉਸ ਦੀ ਮਹਿਮਾ ਕਿੱਥੋਂ ਰੰਗੇਵੇਂ ਆਰੰਭ ਹੋਈ ਸੀ, ਸਬੰਧ ਬੇਨਤੀਆਂ ਹੋ ਚੁੱਕੀਆਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬੰਸਾਵਲੀ ਜੋ ਲਿਖੀ ਵਿਦਵਾਨ ਦਾ ਇਤਿਹਾਸ ਵਾਲੇ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ, ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ। ਆਪ ਦੇ ਪਿਤਾ ਧਨੰਤਰ ਧਾਰੀ ਯੋਧੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ 5 ਪੁੱਤਰਾਂ ਤੋਂ ਛੋਟੇ ਕਹਾਉਣ ਵਾਲਿਆਂ ਨੂੰ ਇਹ ਮਾਣ ਪ੍ਰਾਪਤ ਹੋਇਆ। ਮਾਤਾ ਆਪ ਜੀ ਦਾ ਨਾਂ ਨਾਨਕੀ ਹੈ। ਉਹਨਾਂ ਦੀ ਸ੍ਰੇਸ਼ਟ ਕੁੱਖ ਤੋਂ ਪ੍ਰਗਟ ਹੋਏ 1678 ਬਿਕਰਮੀ। ਸੋ ਇਹ ਵਿਸਾਖ ਵਧੀ, ਸੋ ਜੋ ਸੁਦੀ ਇਹ ਵਧੀ 5ਵੀਂ ਤਿਥ ਸੀ ਤੇ 12 ਅਪ੍ਰੈਲ ਆਪ ਜੀ ਪ੍ਰਗਟ ਹੋਏ ਸਨ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਆਪਣੇ ਸੁਪੁੱਤਰ ਦੀ ਪ੍ਰਗਟ ਹੋਣ ਦੀ ਖਬਰ ਸੁਣ ਕੇ ਨਾਲ ਹੋਰ ਸਿੱਖਾਂ ਨੂੰ ਲੈ ਕੇ ਦਰਸ਼ਨ ਦੇਣ ਵਾਸਤੇ ਹਾਜ਼ਰ ਹੋਏ ਸਨ। ਦਰਸ਼ਨ ਹੀ ਨਹੀਂ ਦਿੱਤੇ, ਆਪਣੇ ਪੁੱਤਰ ਨੂੰ ਆਪਣੇ ਹੱਥਾਂ 'ਚ ਲਿਆ ਤੇ ਆਪਣਾ ਸੀਸ ਝੁਕਾ ਕੇ ਨਮਸਕਾਰ ਕੀਤੀ। ਤੇ ਨਾਲ ਦਿਆਂ ਸਿੱਖਾਂ ਨੇ ਕਿੰਤੂ ਪਰੰਤੂ ਮਨ 'ਚ ਕੀਤਾ, ਮਹਾਰਾਜ ਸਾਹਿਬ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਵਾਰਸ ਹੋ, 6ਵੇਂ ਥਾਂ ਤੇ ਹਰ ਕਲਾ ਕਰਕੇ ਸਮਰੱਥ ਹੋ, ਤੇ ਪੁੱਤਰ ਨੂੰ ਤੁਹਾਨੂੰ ਮੱਥਾ ਟਿਕਾਉਣਾ ਚਾਹੀਦਾ ਤੁਹਾਡੇ ਚਰਨਾਂ ਤੇ। ਤੁਸੀਂ ਆਪਣੇ ਪੁੱਤਰ ਨੂੰ ਸੀਸ ਝੁਕਾ ਰਹੇ ਹੋ, ਉਲਟੀ ਗੰਗਾ ਵਹਾ ਦਿੱਤੀ ਹੈ। ਉਲਟ ਗੰਗ ਵਹਾਏ ਹੁਣ ਬਨਿਆਦ ਆਖੇ ਕਿ ਕਿਉਂ ਪੰਕਤੀਆਂ ਅਨੁਸਾਰ ਹੱਸ ਕੇ ਹਜ਼ੂਰ ਸੱਚੇ ਪਾਤਸ਼ਾਹ ਬੋਲੇ, ਨਹੀਂ ਸਾਡੇ 5 ਪੁੱਤਰਾਂ ਤੋਂ ਇਹ ਸਾਡਾ ਪੁੱਤਰ ਛੋਟਾ ਜਿਹੜਾ ਹੈ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹੀ ਪੈਦਾ ਹੋਇਆ, ਪ੍ਰਗਟ ਹੋਇਆ। ਅਸੀਂ ਗੁਰੂ ਨਾਨਕ ਦੀ ਗੱਦੀ ਨੂੰ ਮੱਥਾ ਟੇਕਿਆ, ਮਹਾਨ ਤਪੱਛਵੀ ਪ੍ਰਗਟ ਹੋਇਆ। ਇਹਨੇ ਰੁੜਦੀ ਜਾਂਦੀ ਹਿੰਦ ਨੂੰ ਅਮੀ ਦੇਣੀ ਹੈ, ਰੋਕਣਾ ਹੈ, ਧਰਮ ਨੂੰ ਕਾਇਮ ਰੱਖਣਾ। ਉਹ ਭਗਤ ਬਚਨ ਸਾਹਿਬ ਸੱਚੇ ਪਾਤਸ਼ਾਹ ਨੇ ਜਣਾਏ ਸੀ, ਇਹ ਧਨਕ ਦੇ ਧਣੀ ਹੋਣਗੇ, ਤੇਗ ਦੇ ਧਣੀ ਹੋਣਗੇ। ਤੇਗ ਬਹਾਦਰ ਇਹਨਾਂ ਦਾ ਨਾਂ ਅਸੀਂ ਅੱਜ ਤੋਂ ਰੱਖਿਆ। ਇਹ ਪਹਿਲੀ ਦੇਣ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਤਾਈ ਹੈ। 1678 ਬਿਕਰਮੀ ਪ੍ਰਗਟ ਹੋਏ, ਫਿਰ ਮਾਤਾ ਨਾਨਕੀ ਜੀ ਨੂੰ ਦੇਣਾ ਕੀਤਾ, ਤੇ ਪਿਛਲੇ ਜਨਮਾਂ ਦੀ ਵੀ ਬੇਅੰਤ ਬੰਦਗੀ ਸੀ, ਆਪ ਜੀ ਦੀ ਭਗਤੀ ਸੀ, ਤਾਂ ਇੱਥੋਂ ਤੱਕ ਪਹੁੰਚੇ ਕਿਵੇਂ ਜਿਵੇਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਇਹਨਾਂ ਦੇ ਸੁਪੁੱਤਰ ਹੋਏ, ਪੰਥ ਦੇ ਵਾਲੀ, ਔਰ ਜਿਨ੍ਹਾਂ ਬਾਰੇ ਗੁਰੂ ਹਰਗੋਬਿੰਦ ਸਾਹਿਬ ਨੇ ਦੱਸ ਦਿੱਤਾ ਸੀ ਇਹ ਸਾਡੇ ਪੁੱਤਰ ਦਾ ਪੁੱਤਰ ਜਿਹੜਾ ਹੋਵੇਗਾ ਸੋ ਉਹ ਬੜਾ ਭਾਰੀ ਧਨਕਧਾਰੀ ਯੋਧਾ ਹੋਵੇਗਾ, ਤੇਗ ਦਾ ਧਨੀ ਹੋਵੇਗਾ। ਉਹ ਵੀ ਵਚਨ ਨਾਲ ਹੀ ਮਹਾਰਾਜ ਸਾਹਿਬ ਨੇ ਉਸ ਮੌਕੇ ਦੱਸ ਦਿੱਤੇ ਸਨ। ਔਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਬਚਨ ਪੜੋ ਜੋ 10ਮ ਗ੍ਰੰਥ ਵਿੱਚ ਲਿਖੇ ਹਨ। ਉਹ ਕਿਹੜੇ ਬਚਨ ਹਨ? ਸੋ ਮੁਰ ਪਿਤ ਭਾਵ ਜੇ ਮੁਖ ਜਣਾਏ, ਸਾਡੇ ਪਿਤਾ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਰਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅੱਲਾਹ ਕੀ ਸੇਵਾ, ਤਾਂ ਤੇ ਪ੍ਰਸੰਨ ਭਏ ਗੁਰਦੇਵਾ। ਤਿਨ ਪ੍ਰਭ ਜਬ ਆਇ ਸਮੋਹਿ ਦੀਆ, ਤਬ ਹਮ ਜਨਮ ਕਰੂ ਮੈਂ ਲੀਆ। ਜਿੱਥੇ ਪੰਕਤੀਆਂ ਆਉਂਦੀਆਂ, ਅਬ ਮੈਂ ਆਪਣੀ ਕਥਾ ਬਖਾਨੋ, ਤਬ ਸਾਧ ਦੇ ਬਿਦ ਮੋਹਿ ਆਨੋ। ਹੇਮਕੁੰਡ ਪਰਬਤ ਹੈ ਜਹਾਂ, ਸਬਦ ਸ੍ਰਿੰਗ ਸੋਭਤ ਹੈ ਤਹਾਂ, ਸਬਦ ਸ੍ਰਿੰਗ ਤਹਿ ਨਾਮ ਕਹਾਵਾ। ਪੰਡ ਰਾਜ ਹੈ ਜੋ ਕਮਾਵਾ, ਤਹਿਮ ਅਦਤ ਵਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਇਹ ਵਿਦ ਕਰ ਤਪੱਸਿਆ ਭਇਓ, ਦੋਵੇਂ ਤੇ ਏਕ ਰੂਪ ਹੋਏ ਗਇਓ। ਉਸ ਮੌਕਾ ਆਪ ਜੀ ਇਹ ਜਣਾਇਆ ਕਿ ਸਾਡੇ ਪਿਤਾ ਜੀ ਤੇ ਸਾਡੀ ਮਾਤਾ ਜੀ ਨੇ ਵੀ ਪਿਛਲੇ ਜਨਮਾਂ 'ਚ ਬਹੁਤ ਤਪੱਸਿਆ ਕੀਤੀ, ਬਹੁਤ ਬੰਦਗੀ ਕੀਤੀ। ਇਤਿਹਾਸ ਵਾਲੇ ਲਿਖਦੇ ਕਿ ਧੀਰ ਦਰਸ਼ੀ ਨਾਮੇ ਰਾਜਾ ਹੈ, ਸਤਿਆਵੰਤੀ ਰਾਣੀ ਹੈ, ਤੇ ਰਾਜਾ ਕੌਣ ਬਣਦਾ ਹੈ?
ਜਿਹੜਾ ਦੁਨੀਆ ਤੇ ਬੰਦਗੀ ਵਾਲਾ ਹੋਵੇ, ਦਾਨੀ ਤੇ ਪੁੰਨੀ ਹੋਵੇ, ਧਰਮੀ ਪੁਰਖ ਹੋਵੇ, ਉਹਨੂੰ ਰਾਜ ਭਾਗ ਦੀ ਪ੍ਰਾਪਤੀ ਹੁੰਦੀ ਹੈ। ਦੁਨਿਆਵੀਆਂ ਦੀਵਾਂ ਦਾ ਖਾਣ ਹੈ ਸਿਆਣਿਆਂ ਦਾ ਕਿ ਤਪੋਂ ਰਾਜ ਰਾਜੋਂ ਨਰਕ। ਸੋ ਹੁਕਮਰਾਨ ਬਣ ਕੇ ਅੰਨੇ ਬੋਲੇ ਹੋ ਜਾਂਦੇ ਆ, ਮਾਇਆ ਧਾਰਿਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਸੋ ਰਾਜੇ ਕਿੰਨੇ ਹੋਏ ਨੇ ਇਹ ਗਿਣੇ ਨਹੀਂ ਜਾ ਸਕਦੇ। ਕਦਮ ਪੱਟ ਕੇ ਰੱਖੋ ਤੇ ਰਾਜੇ ਦੀ ਕਬਰ ਤੇ, ਦੂਜਾ ਪੱਟੋ ਤੇ ਵਜ਼ੀਰ ਦੀ ਕਬਰ ਤੇ। ਮੁਸਲਮਾਨੀ ਮੱਤ ਵਾਲੇ ਵੀਰਾਂ ਦੇ ਗ੍ਰੰਥਾਂ ਦਾ ਖਿਆਲ ਹੈ, ਨਹੀਂ ਗਿਣੇ ਜਾ ਸਕਦੇ ਕਿੰਨੇ ਹੋ ਚੁੱਕੇ ਨੇ। ਉਹ 84 ਭੋਗ ਰਹੇ ਨੇ। ਭਾਵੇਂ ਸਵਰਗਾਂ ਦਾ ਰਾਜ ਵੀ ਕਿਉਂ ਨਾ ਮਿਲ ਜਾਵੇ। ਰਾਮਚੰਦਰ ਦੇ ਵੇਲੇ ਦੀ ਸਾਖੀ ਮਿਲਦੀ ਹੈ, ਕੀੜਾ ਬਣਿਆ, ਲੱਤਾਂ ਟੁੱਟੀਆਂ, ਸੁਗਾਸਨ ਤੇ ਚੜ੍ਹਨ ਦਾ ਯਤਨ ਕਰ ਲਿਆ, ਭਗਵਾਨ ਹੱਸ ਪਏ। ਕਾਰਨ ਪੁੱਛਣ ਤੋਂ ਦੱਸਿਆ ਸੀ ਵੀ 14 ਵਾਰੀ ਸਵਰਗਾਂ ਦਾ ਰਾਜਾ ਬਣ ਚੁੱਕਾ ਹੈ, ਇੰਦਰ ਪਦਵੀ ਨੂੰ ਪ੍ਰਾਪਤ ਹੋ ਚੁੱਕਾ, ਫਿਰ ਮਾਨੀਆਈਆਂ ਕਰਦਾ, ਫਿਰ 84 ਭੋਗਦਾ, ਮਨੁੱਖ ਜਾਤੀ ਸਰੀਰ ਮਿਲਦਾ, ਫਿਰ ਤਪ ਸਾਧਨ ਬੰਦਗੀ ਦਾਨ ਪੁੰਨ ਕਰਦਾ, ਫਿਰ ਰਾਜਾ ਬਣਦਾ ਹੈ। ਇਸ ਪ੍ਰਕਾਰ ਰਾਜਾ ਬਣ ਕੇ ਮੁਕਤੀ ਨਹੀਂ, ਹਾਂ ਉਹ ਭਾਗਾਂ ਵਾਲੀਆਂ ਆਤਮਾ ਜਿਹੜੇ ਰਾਜਿਆਂ ਨੇ ਬੰਦਗੀ ਕੀਤੀ ਤੇ ਗਾਂ ਦੁਨੀਆ ਜਿਨ੍ਹਾਂ ਦੇ ਨਾਲ ਅਧੀਨ ਹੋਈ ਤੇ ਰਾਜੋਂ ਗਾਂ ਨਿਕਲ ਕੇ ਅਵਤਾਰ ਬਣੇ, ਉਹ ਦੁਸ਼ਦਮਨ ਰਾਜਾ ਤੇ ਉਹ ਦੀਰਘਦਰਸ਼ੀ ਰਾਜਾ ਗੁਰੂ ਤੇਗ ਬਹਾਦਰ ਪਾਤਸ਼ਾਹ ਪਿਛਲੇ ਜਨਮ ਵਿੱਚ ਰਾਜ ਭਾਗ ਛੱਡ ਕੇ, ਸੁੱਖਾਂ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਬੰਦਗੀ ਸ਼ੁਰੂ ਕਰ ਦਿੱਤੀ। ਉਸ ਤੋਂ ਅੱਗੇ ਜਾ ਕੇ ਬਹੁਤੀ ਤਪੱਸਿਆ ਕੀਤੀ। ਸੋ ਤਾਤ ਮਾਤ ਮੋਰ ਅਲਖ ਅਰਾਧਾ, ਨਾ ਲਖੇ ਜਾਣ ਵਾਲਾ ਕੌਣ ਅਕਾਲ ਪੁਰਖ। ਸੋ ਤਾਤ ਮਾਤ ਮੋਰ ਅਲਖ ਅਰਾਧਾ, ਬਹੁ ਵਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅੱਲਾਹ ਕੀ ਸੇਵਾ, ਤਾਂ ਤੇ ਪ੍ਰਸੰਨ ਪਏ ਗੁਰਦੇਵਾ। ਸਾਡੇ ਪਿਤਾ ਦੇ ਅਕਾਲ ਪੁਰਖ ਨਿਰੰਕਾਰ ਪ੍ਰਸੰਨ ਹੋ ਗਏ, ਖੁਸ਼ ਹੋ ਗਏ। ਉਹਨਾਂ ਵਰ ਲੈਣ ਵਾਸਤੇ ਕਿਹਾ ਤਾਂ ਉਹਨਾਂ ਸਾਡੇ ਪ੍ਰਗਟ ਹੋਣ ਦਾ ਵਰ ਲਿਆ। ਤੁਹਾਡੇ ਵਰਗਾ ਤੁਹਾਡਾ ਸਪੂਤ ਪੁੱਤਰ ਪ੍ਰਤਾਪੀ ਸਾਡੇ ਘਰੇ ਪ੍ਰਗਟ ਹੋਵੇ। ਤਿੰਨ ਪ੍ਰਭ ਜਬ ਆਇਸ ਮੋਹੇ ਦੀਆ, ਸਾਨੂੰ ਹੁਕਮ ਦਿੱਤਾ ਤਬ ਹਮ ਜਨਮ ਕਰੂੰ ਮੈਂ ਲੀਆ। ਉਸ ਮੌਕਾ ਠਾਂਡ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰਨੇ ਆਏ। ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਏ। ਇੰਨੀ ਬੰਦਗੀ ਸੀ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਿਛਲੇ ਜਨਮਾਂ ਦੀ। ਤਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਵਾਰਸ ਦੇ 6ਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰੇ ਆਪ ਜੀ ਨੂੰ ਪੁੱਤਰ ਬਣ ਕੇ ਜਨਮ ਲੈਣ ਦਾ ਸਮਾਂ ਨਸੀਬ ਹੋਇਆ। ਤਾਂ ਵਿਸ਼ੇਸ਼ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੋਰ ਸਿੱਖਾਂ ਨੂੰ ਨਾਲ ਲੈ ਕੇ ਤੇ ਛੋਟੇ ਪੁੱਤਰ ਨੂੰ ਅਸ਼ੀਰਵਾਦ ਦੇਣ ਗਏ, ਦਰਸ਼ਨ ਦੇਣ ਗਏ, ਦਰਸ਼ਨ ਕਰਨ ਗਏ, ਸੀਸ ਝੁਕਾ ਕੇ ਤੇ ਵਰਾਂ ਦੀ ਬਖਸ਼ ਕੀਤੀ। ਤੇਗ ਬਹਾਦਰ ਇਹਨਾਂ ਦਾ ਨਾਂ ਰੱਖਿਆ। ਛੋਟੀ ਅਵਸਥਾ ਵਿੱਚ ਹੀ ਅਲੌਕਿਕ ਖੇਡਾਂ ਸੀ ਆਪ ਜੀ ਦੀਆਂ, ਬੰਦਗੀ ਸਿਮਰਨ ਵਾਲੀਆਂ, ਸ਼ੈਤਾਨ ਬੱਚਿਆਂ ਵਾਲੀਆਂ ਨਹੀਂ। ਸੋ ਪੰਜੇ ਪੁੱਤਰ ਭਾਵੇਂ ਬਣੇ ਤਣੇ ਨੇ, ਸੁੰਦਰ ਸਰੂਪ ਨੇ। ਜਦੋਂ ਸਾਹਿਬ ਸੱਚੇ ਪਾਤਸ਼ਾਹ ਪਿਤਾ ਨੂੰ ਸੀਸ ਝੁਕਾਉਣ ਲਈ ਕਦੇ ਹਾਜ਼ਰ ਹੁੰਦੇ, ਪਰ ਇਹ ਛੋਟੇ ਨੂੰ ਚੇਚੇ ਤੌਰ ਤੇ, ਵਿਸ਼ੇਸ਼ ਤੌਰ ਤੇ ਗੋਡਾ ਚੱਕ ਕੇ ਨੇੜੇ ਬਿਠਾ ਕੇ ਇਹਦਾ ਸੀਸ ਆਪਣੀ ਛਾਤੀ ਨਾਲ ਲਾਇਆ। ਸਾਰਿਆਂ ਪੁੱਛਿਆ ਵੀ ਕਾਰਨ ਕੀ ਹੈ। ਵੱਡੇ ਸਾਹਿਬਜ਼ਾਦੇ ਬੜੇ ਸੁੰਦਰ ਸਰੂਪ ਨੇ, ਵਸਤਰਾਂ ਖਹਿਣਿਆਂ ਸਮੇਤ, ਪਰ ਇਤਨਾ ਪਿਆਰ ਆਪ ਜੀ ਪਾਸੋਂ ਉਹ ਨਹੀਂ ਲੈਂਦੇ ਜਿਤਨਾ ਇਹਨਾਂ ਨੂੰ ਮਿਲਦਾ ਹੈ। ਇਹ ਭੋਲਾ ਭਾਲਾ ਸਿੱਧਾ ਸਾਦਾ ਭੋਲਾ ਨਹੀਂ। ਪਰਮੇਸ਼ਰ ਦੇ ਪਿਆਰੇ ਮਹਾਤਮਾ ਭੋਲੇ ਭਾਲੇ ਬਾਹਰ ਵੇਖਣ ਨੂੰ ਦਿਸਦੇ ਨੇ, ਪਰ ਇਹਨਾਂ ਜੋ ਕਾਰਨਾਮੇ ਕਰਨੇ, ਜੋ ਇਹਨਾਂ ਦੀ ਜ਼ਿੰਮੇ ਡਿਊਟੀ ਲੱਗੀ ਹੈ, ਇਹਨਾਂ ਨੂੰ ਹੀ ਬਣ ਆਉਂਦੀ ਹੈ। ਇਹ ਭਵਿੱਖਤ ਵਾਗ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ। ਖੇਡ ਦੀ ਅਵਸਥਾ ਵਿੱਚੋਂ ਸਿਆਣੀ ਅਵਸਥਾ ਵਿੱਚ ਆਪ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ 1678 ਵਿਕਰਮੀ ਚ ਆਪ ਜੀ ਦਾ ਅਵਤਾਰ ਹੋਇਆ ਅੰਮ੍ਰਿਤਸਰ ਸਾਹਿਬ, ਤੇ 1699 ਚ ਆਪ ਜੀ ਦੀ ਸ਼ਾਦੀ ਹੋਈ। ਸੋ 9 ਫੱਗਣ, ਸੋ ਉਸ ਮੌਕਾ ਕਰਤਾਰਪੁਰ ਸਾਹਿਬ ਪਹਿਲੇ ਲਖਨੌਰ ਦੇ ਵਾਸੀ ਸਨ ਦਾਲ ਚੰਦ ਜੀ, ਜਿਨ੍ਹਾਂ ਦੀ ਪਤਨੀ ਕ੍ਰਿਸ਼ਨ ਕੌਰ। ਸੋ ਉਹਨਾਂ ਦੇ ਘਰੇ ਪੁੱਤਰੀ ਪੈਦਾ ਹੋਈ, ਗੁਜਰ ਕੌਰ ਬਾਅਦ ਵਿੱਚ ਬਣੀ। ਇੱਕ ਪੁੱਤਰ ਪੈਦਾ ਹੋਇਆ ਕਿਰਪਾਲ ਚੰਦ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਮਾਮਾ ਕਹਾਉਣ ਦਾ ਮਾਣ ਪ੍ਰਾਪਤ ਹੋਇਆ। ਛੋਟੀ ਅਵਸਥਾ ਦੇ ਲਾਡ, ਸਿਆਣੀ ਅਵਸਥਾ ਤੱਕ ਜਿਨ੍ਹਾਂ ਨੂੰ ਬੜਾ ਮਾਣ ਮਿਲਿਆ ਹੈ, ਸੋ ਭਾਵ ਸਾਲਾ ਕਹਾਉਣ ਦਾ ਮਾਣ ਮਿਲਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ। ਉਹ ਕਿਰਪਾਲ ਚੰਦ ਦੀ ਤਰ੍ਹਾਂ ਪਰਿਵਾਰ ਦੀ ਸ਼ਾਦੀ ਹੋਈ। ਉਸ ਮੌਕਾ ਆਪ ਜੀ ਦੀ 11 ਕੁ ਸਾਲ ਦੀ ਆਯੂ ਸੀ। ਤੇ ਜਦੋਂ ਭਾਵ ਇਹ ਤੀਸਰਾ ਜੰਗ ਹੋਇਆ, ਕਰਤਾਰਪੁਰ ਸਾਹਿਬ ਦਾ ਚੌਥਾ ਜੰਗ ਹੋਇਆ,
ਪਹਿਲਾ ਜੰਗ 6ਵੇਂ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ 7,000 ਫੌਜ ਚੜ ਕੇ ਆਈ ਸੀ। ਜਿੱਤ ਦੀ ਪ੍ਰਾਪਤੀ ਫਿਰ ਹਰਗੋਬਿੰਦਪੁਰੇ ਦਾ 15,000 ਫੌਜ ਚੜ ਕੇ ਆਈ, ਫਿਰ ਵੀ ਜਿੱਤ ਦੀ ਪ੍ਰਾਪਤੀ ਇੱਕ ਦਿਨ 'ਚ ਖਤਮ ਕਰ ਦਿੱਤੀ। 1000 ਮਸਾਂ ਬਚੇ ਜਿਹੜੇ ਭੱਜ ਕੇ ਗਏ। ਫਿਰ ਤੀਸਰਾ ਜੰਗ ਹੋਇਆ ਗੁਰੂ ਸਾਹਿਬ ਮਹਾਰਾਜ ਦਾ, ਉੱਥੇ ਵੀ ਜਿੱਤ ਦੀ ਪ੍ਰਾਪਤੀ 35,000 ਫੌਜ ਚੜ ਕੇ ਆਈ। ਚੌਥਾ ਜੰਗ ਹੋਇਆ ਕਰਤਾਰਪੁਰੇ ਦਾ, ਲੱਖ ਫੌਜ, ਇੱਧਰ ਕੇਵਲ 17-1800 ਗੁਰੂ ਕੇ ਸਿੱਖ ਤੇ ਲੱਖ ਫੌਜ ਨਾਲ ਮੁਕਾਬਲਾ। ਗਿਣਤੀ ਕਰੋ। ਉਸ ਮੌਕਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਕੁਝ ਕੁ ਸਿਆਣੀ ਅਵਸਥਾ ਹੋ ਚੁੱਕੀ ਸੀ। ਪਿਤਾ ਦੀ ਆਗਿਆ ਲੈ ਕੇ ਫਿਰ ਤੇਗ ਦੇ ਜੌਹਰ ਵਿਖਾਏ ਸਨ, ਜੰਗ ਵਿੱਚ ਜੂਝੇ ਸਨ। ਸੋ ਭਾਵ ਇੱਕ ਤਾਂ ਸੂਰਮਾ ਹੁੰਦਾ ਹੈ, ਇੱਕ ਭਗਤ ਹੁੰਦਾ ਹੈ ਤੇ ਇੱਕ ਦਾਨੀ ਹੁੰਦਾ ਹੈ। ਤਿੰਨੇ ਗੁਣ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਵਿੱਚ ਮੌਜੂਦ ਸਨ, ਲਬਾਲਬ ਭਰੇ ਹੋਏ ਸਨ। ਬਚਨ ਨੇ ਜਿਹੜੇ, ਜਨਨੀ ਜਨਤਾ ਭਗਤ ਜਨ ਕੈ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਂਝਰੋ ਕਾਹੀਂ ਗਵਾਵੇ ਨੂਰ। ਸੂਰਮਾ ਵੀ ਨਹੀਂ, ਦਾਨੀ ਵੀ ਨਹੀਂ, ਭਗਤ ਵੀ ਨਹੀਂ। ਹਾਂ, ਕਿਸੇ ਵਿੱਚ ਇੱਕ ਗੁਣ, ਕਿਸੇ ਵਿੱਚ ਦੋ ਗੁਣ, ਸਾਹਿਬਾਂ 'ਚ ਤਿੰਨੇ ਗੁਣ। ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਦਾਨ ਸੀਸ ਤੱਕ ਤੇ ਬਹਾਦਰੀ ਛੋਟੀ ਉਮਰ 'ਚ ਇੰਨੀ ਕਰਕੇ ਵਿਖਾਤੀ, ਤੇਗ ਦੇ ਜੌਹਰ ਵਿਖਾ ਕੇ ਪ੍ਰਸੰਨ ਹੋ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਤੇਗ ਬਹਾਦਰ, ਬਹਾਦਰੀ ਕਰਨ ਵਾਲਾ ਤੇਗ ਦੀ, ਤੇਗ ਦਾ ਧਨੀ, ਜੋ ਬਾਲਕ ਅਵਸਥਾ 'ਚ ਕਿਹਾ ਸੀ ਨਾਂ ਰੱਖਿਆ ਸੀ, ਉਹ ਪੂਰਾ ਕਰਕੇ ਵਿਖਾਇਆ। ਇਸ ਪ੍ਰਕਾਰ ਫਿਰ ਸਿਆਣੀ ਅਵਸਥਾ ਹੋਈ ਤੇ ਬੰਦਗੀ ਨਾਲ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੁੜੇ ਰਹੇ, ਦੂਜਿਆਂ ਨਾਲੋਂ ਜ਼ਿਆਦਾ। ਫਿਰ 1721 ਬਿਕਰਮੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ। ਕੀਰਤਨਪੁਰ ਸਾਹਿਬ ਵਸਾਵਣਾ ਕੀਤਾ ਹੈ ਗੁਰਦਿੱਤਾ ਜੀ ਨੇ। ਗੁਰਦਿੱਤਾ ਜੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ। ਗੁਰਦਿੱਤਾ ਜੀ ਸੀ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਪਿਤਾ। ਗੁਰਦਿੱਤਾ ਜੀ ਦਾ ਵੱਡਾ ਸਪੁੱਤਰ ਸੀ ਧੀਰਮਲ। ਇਸ ਪ੍ਰਕਾਰ ਕੀਰਤਨਪੁਰ ਸਾਹਿਬ ਉਹਨਾਂ ਨੇ ਵਸਾਇਆ। ਕੀਰਤਨਪੁਰ ਸਾਹਿਬ ਪਹਿਲੇ ਚਰਨ ਪਾਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ। ਬੁੱਢਣ ਸ਼ਾਹ ਫਕੀਰ ਮੁਸਲਮਾਨੀ ਮੱਤ ਵਾਲਾ, ਜਿਸ ਨੇ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ, ਬਚਨਾਂ ਤੋਂ, ਰਸਨਾ ਤੋਂ ਸੁਣ ਕੇ, ਚਿਹਰੇ ਤੋਂ ਪਹਿਲੋਂ ਬੇਨਤੀ ਕੀਤੀ ਸੀ ਕਿ ਮੇਰੀਆਂ ਬੱਕਰੀਆਂ ਸ਼ੇਰ ਚਾਰਦਾ, ਤੁਸੀਂ ਚਲੇ ਜਾਓ, ਉਹਦੇ ਆਉਣ ਦਾ ਸਮਾਂ ਹੋ ਗਿਆ, ਤੁਹਾਨੂੰ ਦੁੱਖ ਦੇਊਗਾ ਸ਼ੇਰ। ਹਜ਼ੂਰ ਸਾਹਮਣੇ ਕੀ ਪ੍ਰਭਾਵਿਤ ਹੋਇਆ, ਸ਼ਕਤੀ ਵੇਖ ਕੇ ਦੁੱਧ ਹਾਜ਼ਰ ਕੀਤਾ। ਹਜ਼ੂਰ ਕਹਿੰਦੇ ਹੁਣ ਨਹੀਂ, ਫੇਰ ਛਕਾਂਗੇ, ਸਮਾਂ ਆਊ। ਮਾਨਤ ਰੱਖੀ ਹੋਈ ਸੀ ਤੇ ਬਾਬਾ ਗੁਰਦਿੱਤਾ ਜੀ ਗੁਰੂ ਨਾਨਕ ਦੇ ਸਰੂਪ ਚਿਹਰੇ ਨਾਲ ਮਿਲਦਾ ਚਿਹਰਾ ਜਾ ਕੇ ਉਸ ਬੁੱਢਣ ਸਾਹ ਨੂੰ ਵਡਿਆਇਆ ਤੇ ਉਹਦਾ ਦੁੱਧ ਪੀ ਕੇ ਉਸ ਨੂੰ ਨਵਾਜਿਆ। ਉਹ ਧਰਤੀ ਵਸਾਈ, ਸ਼ਹਿਰ ਵਸਾਇਆ। ਉਸ ਥਾਂ ਤੇ ਰਹਿੰਦਿਆਂ ਹੋਇਆਂ ਜੰਗ ਆਦਿਕ ਜਿੱਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਨੂੰ ਜਾਣ ਦੀ ਤਿਆਰੀ ਕੀਤੀ ਹੈ। ਤੇ ਗੁਰਦਿੱਤਾ ਜੀ ਤਾਂ ਮਰੀ ਹੋਈ ਗਊ ਜਿਉਂਦੀ ਕਰਨ ਦੇ ਇਵਜ਼ ਵਿੱਚ ਪਿਤਾ ਦੀ ਨਾਰਾਜ਼ਗੀ ਸਮਝ ਕੇ, ਬਚਨ ਮੰਨ ਕੇ ਕਿ ਗਊ ਮਰੀ ਜਿਉਂਦੀ ਕੀਤੀ ਹੈ, ਹੁਣ ਸੱਚਖੰਡ ਨੂੰ ਚਲੇ ਗਏ ਸਰੀਰ ਛੱਡ ਕੇ। ਵੱਡਾ ਧੀਰਮਲ ਤਾਂ ਰਹਿ ਗਿਆ ਆਪਣੇ ਹੰਕਾਰ ਵਿੱਚ। ਸੋ ਛੋਟੇ ਪੁੱਤਰ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਮਹਾਰਾਜ ਸਾਹਿਬ ਜੀ ਨੇ ਪੋਤਰੇ ਨੂੰ ਦੇ ਦਿੱਤੀ। ਉਸ ਮੌਕਾ ਗੁਰੂ ਕੇ ਮਹਿਲ ਮਾਤਾਵਾਂ ਆਦਿ ਗੁਰੂ ਚਰਨਾਂ 'ਚ ਹਾਜ਼ਰ ਹੋਈਆਂ। ਸੂਰਜਮਲ ਦੀ ਮਾਤਾ, ਇਸੇ ਪ੍ਰਕਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮਾਤਾ ਨਾਨਕੀ ਤੇ ਨੌ ਗੁਜਰੀ ਨੂੰ ਲੈ ਕੇ ਚਰਨਾਂ 'ਚ ਹਾਜ਼ਰ ਹੋਈ। ਤੁਸਾਂ ਛੋਟੀ ਅਵਸਥਾ 'ਚ ਬਚਨ ਦਿੱਤੇ ਸੀ ਵੀ ਤੇਰਾ ਪੁੱਤਰ ਗੁਰੂ ਬਣੂ, ਕੁਲ ਦਾ ਦੀਵਾ ਬਣੂ, ਤੇ ਮਹਾਰਾਜ ਸਾਹਿਬ ਜੀ ਪੋਤਰੇ ਨੂੰ ਗੱਦੀ ਦੇ ਦਿੱਤੀ ਹੈ। ਉਸ ਮੌਕਾ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰਾ ਪੁੱਤਰ ਗੁਰੂ ਬਣੂ, ਪਰ ਅੱਜ ਨਹੀਂ, ਸਮੇਂ ਦੀ ਉਡੀਕ ਕਰਨੀ ਪਊ। ਸਾਹਿਬ ਸੱਚੇ ਪਾਤਸ਼ਾਹ ਲੰਗਰ ਛਕ ਰਹੇ ਸਨ, ਪ੍ਰਸ਼ਾਦ ਛਕ ਕੇ ਹਟੇ ਨੇ। ਸੋ ਚੋਲਾ ਕੀਤਾ ਜਲ ਨਾਲ, ਹੱਥ ਸਾਫ਼ ਕੀਤੇ ਰੁਮਾਲ ਨਾਲ। ਆਪਣੇ ਮਹਿਲ ਨਾਨਕੀ ਨੂੰ ਕਹਿਣ ਲੱਗੇ ਝੋਲੀ ਕਰ। ਝੋਲੀ ਵਿੱਚ ਹੱਥ ਵਾਲਾ ਰੁਮਾਲ ਰੱਖਿਆ, ਇਹ ਗੁਰਤਾ ਗੱਦੀ। ਤੇਰਾ ਪੁੱਤਰ ਗੁਰੂ ਬਣੂ, ਪਰ 9ਵੇਂ ਥਾਂ। ਅਜੇ ਤੇ 7ਵੇਂ ਥਾਂ ਗੁਰੂ ਬਣੇ ਨੇ, ਫਿਰ 8ਵੇਂ ਥਾਂ ਬਣਨਾ ਹੈ, ਫਿਰ 9ਵੇਂ ਥਾਂ ਇਹਦੀ ਵਾਰੀ ਆਊਗੀ। ਸੋ ਉਹ ਬਚਨ ਉਸ ਮੌਕਾ ਦੀ ਪ੍ਰਾਪਤੀ ਹੋਈ। ਫਿਰ ਨਾਲ ਉਸ ਮੌਕਾ ਇਹ ਵੀ ਦੱਸਿਆ ਵੀ ਤੂੰ ਪੋਤਰੇ ਦੇ ਮੁਖ ਵੇਖੇਂਗੀ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਚਿਹਰਾ ਵੇਖੇਂਗੀ, ਦਰਸ਼ਨ ਕਰੇਂਗੀ। ਤੇ ਮਾਤਾ ਨਾਨਕੀ ਨੇ ਪੋਤਰੇ ਤੋਂ ਪਰੰਤ ਫਿਰ ਪੋਤਰੇ ਖੜਾਏ, ਚਾਰੇ ਸਾਹਿਬਜ਼ਾਦੇ।
ਮਾਤਾ ਨਾਨਕੀ ਤੋਂ ਅੰਮ੍ਰਿਤ ਸੰਚਾਰ ਹੋਇਆ ਤਾਂ ਅੰਮ੍ਰਿਤ ਛਕਿਆ। ਫਿਰ ਸੱਚਖੰਡ ਨੂੰ ਗਈ ਹੈ ਮਾਤਾ ਨਾਨਕੀ। ਇਹੋ ਜੀ ਭਾਗਾਂ ਵਾਲੀ ਆਤਮਾ ਮਾਤਾ ਨਾਨਕੀ ਹੋਈ ਹੈ। ਇਸ ਪ੍ਰਕਾਰ ਗੁਰਤਾ ਗੱਦੀ ਆਪ ਜੀ ਨੂੰ ਕੀਰਤਨਪੁਰ ਸਾਹਿਬ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਇਹਨਾਂ ਵਰਾਂ ਦੀ ਪ੍ਰਾਪਤੀ ਹੋਈ। ਆਪਣੇ ਮਹਿਲ ਨਾਨਕੀ ਨੂੰ ਕਹਿੰਦੇ ਜਾਓ ਆਪਣੇ ਪੇਕੇ ਘਰ। ਸੋ ਬਾਬੇ ਬਕਾਲੇ ਮਹਾਰਾਜ ਸਾਹਿਬ ਜੀ ਦੇ ਨਾਨਕੇ ਰਹਿੰਦੇ ਸਨ। ਬੰਦਗੀ ਕਰੋ, ਤਪ ਕਰੋ, ਸਮੇਂ ਦੀ ਉਡੀਕ ਕਰੋ। ਸਮੇਂ ਦੀ ਉਡੀਕ ਕਰਦਿਆਂ ਕਰਦਿਆਂ ਸਤਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣਾ ਸਮਾਂ ਜ਼ਿੰਦਗੀ ਦਾ ਬਤੀਤ ਕੀਤਾ। ਵੱਡਾ ਪੁੱਤਰ ਨਰਾਇਕ ਨਿਕਲਿਆ, ਸੋ ਧੀਰ ਮੱਲ ਵੀ ਨਰਾਇਕ ਨਿਕਲਿਆ। ਗੁਰੂ ਘਰ ਵਿੱਚ ਹੀ ਕਈ ਇਹੋ ਜਿਹੇ ਹੁੰਦੇ ਆਏ ਨੇ। ਧੀਰ ਮੱਲ ਦੀ ਔਲਾਦ ਸੀ ਗਾਂ ਵਡਭਾਗ ਸਿੰਘ, ਉਹ ਵੀ ਦੂਜੇ ਪਾਸੇ ਨੂੰ ਚਲੇ ਗਿਆ। ਉਸ ਮੌਕੇ ਉਸ ਸਮੇਂ ਬਾਬੇ ਗੁਰਦਿੱਤੇ ਜੀ ਦਾ ਪਾਠ ਕਰਵਾਉਣਾ ਹੈ ਕਿ ਪਾਠ ਕਰਵਾਉਣ ਦੀ ਰਿਵਾਜ ਮਰਜ਼ਾਦਾ ਪੰਜਵੇਂ ਸਰੂਪ ਤੋਂ ਆਰੰਭ ਹੋ। ਜੋ ਸ਼ਹੀਦੀ ਪਾਈ ਮਹਾਰਾਜ ਸਾਹਿਬ ਜੀ ਨੇ, ਛੇਵੇਂ ਪਾਤਸ਼ਾਹ ਜੀ ਨੇ, ਸੋ ਬਾਬਾ ਬੁੱਢਾ ਜੀ ਪਾਸੋਂ ਸਹਿਜ ਪਾਠ ਰਖਵਾਇਆ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਸਰੂਪ ਬਾਣੀ ਦਾ ਕਾਲ ਤਖਤ ਵਾਲੇ ਥਾਂ ਤੇ, ਕਾਲ ਤਖਤ ਬਾਅਦ ਵਿੱਚ ਬਣਿਆ ਕਾਲ ਕੁਟੀਆ, ਬ੍ਰਹਮ ਕੁਟੀਆ। ਉਸ ਮੌਕਾ ਭੋਗ ਪਿਆ 13 ਦਿਨਾਂ ਬਾਅਦ। ਹੁਕਮ ਲਾਇਆ ਆਗਿਆ ਔਰ ਸੁਣੋ ਮਨ ਲਾਏ, ਸਭ ਹੀ ਮਨ ਧਾਰੋ ਸੁ ਪਾਏ। ਪਾਛੇ ਰੀਤ ਚਲੀ ਹੈ ਆਈ, ਮ੍ਰਿਤਕ ਪਾਸੇ ਐਸ ਕਰਾਈ। ਗਰੜ ਪ੍ਰਾਨ ਪੜਾਵੇ ਕਉ, ਔਰ ਪ੍ਰਾਨ ਪੜਨ ਮਤ ਲਊ। ਵੇਦ ਪੁਰਾਣਾ ਸਭ ਮਤ ਲੀਨੇ, ਸਭ ਕਾ ਸਾਰ। ਗੁਰ ਜੀ ਗ੍ਰੰਥ ਕੀਨੇ, ਪਾਵੇ ਭੋਗ ਰਾਗ ਮਲਾ। ਪੜ ਛਿਨਵੇਂ ਪਾਪ ਜਾਹੇ ਤਾਂ ਕੇ ਸੜ। ਕੜਾ ਪ੍ਰਸ਼ਾਦ ਨਿਵੇਤੇ ਕਰਾਵੇ, ਨਰਕ ਕੋ ਸੋ ਸਿੱਖ ਮੂਲ न ਜਾਵੇ। ਲੈ आ गया तब सबे की बुढ़े पाया, भोग राग माला पर गुरु ग्रंथ जी जोग। पुनः रमाल ग्रंथ पर पायो, सब संगत ने शीश झुकायो। आगे चमकी धार कड़ाह, गावे रागी शब्दों पा। साहेब बुढ़ा पाठ उचारा, भाई गुरदास चौर कर धारा। कर नाम हथ भोग पै रहा, भाई गुरदास जी हाथ चौर लैके गुरु ग्रंथ साहब से कर डे है। गुरता गद्दी गुरु ग्रंथ साहब दसवें पातशाह दिती नहीं। शब्द गुरु धोरों गुरु, आद गुरु, जुगो जुगा टल गुरु। साहब गुरु ग्रंथ साहब सच्चे पातशाह है। खालसे पंथ नूं ताबिया खड़ा करके पंज प्यारे गुरु ग्रंथ साहब नूं गुरता गद्दी महाराज साहब जी ने देना कीती। देख लो उदों भी चौर गुरु ग्रंथ साहब जी ते हो रहे हैं, उस तो पहला भी हो रहे हैं। जरी पोशाक अमोल कचीनी, साहब बुढ़े कौ गुरदीनी। मर्यादा कायम सी ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਕਬਜ਼ਾ ਹੋ ਗਿਆ ਧੀਰ ਮੱਲ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੋਤਰੇ ਦਾ। ਤੇ ਬੇਨਤੀ ਕਰ ਭੇਜੀ ਵੀ ਤੇਰਾ ਪਿਤਾ ਗੁਰਦਿੱਤਾ ਸਰੀਰ ਛੱਡ ਗਿਆ, ਉਹਦਾ ਪਾਠ ਕਰਾਉਣਾ, ਸਰੂਪ ਭੇਜ। ਨਾ ਕਰਤੀ ਬਾਬੇ ਨੂੰ ਪੋਤਰੇ ਨੇ ਵੀ ਪਿਤਾ ਦਾ ਪਾਠ ਕਰਾਉਣ ਲਈ ਮੈਂ ਨਹੀਂ ਦੇਣਾ ਸਰੂਪ। ਉਸ ਮੌਕਾ ਪੰਜ ਗ੍ਰੰਥੀ ਤੋਂ ਪਾਠ ਕਰਵਾ ਕੇ ਇਹ ਮਰਜ਼ਾਦਾ ਚਲਾਈ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਪੰਜ ਗ੍ਰੰਥੀ ਇਤਨੀ ਪੁਰਾਣੀ ਚਲੀ ਆਉਂਦੀ ਹੈ। ਇਸ ਪ੍ਰਕਾਰ ਸਮੇਂ ਅਨੁਸਾਰ ਗੁਰਮੁਖੋ ਸਮਾਂ ਬਤੀਤ ਹੁੰਦਾ ਗਿਆ। ਉਹ ਮਾਤਾ ਨਾਨਕੀ ਇਹ ਵਰ ਲੈ ਕੇ ਬਾਬੇ ਬਕਾਲੇ ਆ ਕੇ ਪੌਣੇ 27 ਸਾਲ ਬੰਦਗੀ ਨਾਲ ਜੁੜੇ ਰਹੇ। ਸਤਵੇਂ ਸਰੂਪ ਸਰੀਰ ਛੱਡ ਕੇ ਗੁਰਤਾ ਗੱਦੀ ਛੋਟੇ ਪੁੱਤਰ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਕੇ ਆਪ ਸੱਚਖੰਡ ਨੂੰ ਚਲੇ ਗਏ। ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਸੋ ਰਾਮ ਰਾਏ ਦੇ ਸੋ ਤਲੋ ਮੱਛੀ ਹੋਣ ਤੋਂ, ਲੂਤੀਆਂ ਲਾਉਣ ਤੋਂ ਜਿਹਨੂੰ ਭੇਜਿਆ ਸੀ ਦਿੱਲੀ, ਜਿਹਨੇ ਸ਼ਕਤੀਆਂ ਬੜੀਆਂ ਵਿਖਾਈਆਂ, ਪ੍ਰਵਾਹ ਹੀ ਚਲਾ ਦਿੱਤਾ। ਰੰਗਜੇਬ ਨੂੰ ਖੁਸ਼ ਕਰਨ ਲਈ ਗੁਰੂ ਕੀ ਬਾਣੀ ਦੀ ਪੰਕਤੀ ਬਦਲ ਦਿੱਤੀ। ਸਾਹਿਬ ਸੱਚੇ ਪਾਤਸ਼ਾਹ ਨਾਰਾਜ਼ ਹੋ ਗਏ। ਹੁਕਮ ਜਾਰੀ ਹੋ ਗਿਆ, ਅਬ ਹਮਰੇ ਮੁਖ ਲਾਗੋ ਨਾਹੀ, ਰਹੋ ਆਪ ਤੁਰ ਕੇ ਸਿਰਪਾਹੀ। ਤੁਰਕਾਂ ਕੋਲ ਹੀ ਰਹੋ, ਮੈਨੂੰ ਨਾ ਮੂੰਹ ਵਿਖਾਈ। ਤੂੰ ਗੁਰਬਾਣੀ ਗਲਤ ਕਿਉਂ ਪੜੀ? ਅੱਧੀ ਇੱਕ ਪੰਕਤੀ ਤੋਂ ਗਲਤ ਕਿਉਂ ਪੜੀ? ਮਿੱਟੀ ਮੁਸਲਮਾਨ ਕੀ ਨੂੰ ਬੇਈਮਾਨ ਕੀ ਕਿਉਂ ਕਿਹਾ? ਰੋਬ ਥੱਲੇ ਆ ਕੇ ਸਭਾ 'ਚ। ਸੋ ਪਿਤਾ ਜੀ ਦੱਸੋ ਮੈਂ ਜਾਵਾਂ ਕਿੱਧਰ? ਜਿੱਧਰ ਮੂੰਹ ਉੱਧਰ ਹੀ ਚਲਿਆ ਜਾ, ਸਾਡੇ ਕੋਲ ਨਾ ਆਵੀਂ। ਇਹ ਹੁਕਮ ਜਾਰੀ ਸੀ। ਉਦੋਂ ਦਾ ਉਹਨੂੰ ਛੱਡਿਆ ਰਾਮ ਰਾਏ। ਇਸੇ ਪ੍ਰਕਾਰ ਤਾਂ ਛੱਡਿਆ ਧੀਰ ਮੱਲ। ਭੂਤ ਨੇ ਕੱਢਣ ਲੱਗ ਗਿਆ ਤਾਂ ਛੱਡਿਆ ਤੇ ਭਾਵ ਵਡਭਾਗ ਸਿੰਘ ਨੂੰ। ਕੋਈ ਕਾਰਨ ਤਾਂ ਮਗਰ ਹੁੰਦਾ ਨਾ, ਉਹਨਾਂ ਤੋਂ ਜਾਣੂ ਹੋਣਾ ਬੜਾ ਭਾਰੀ ਜ਼ਰੂਰੀ ਸੀ। ਸੋ ਉਸ ਨੇ ਫੇਰ ਬਚਨ ਰਸਨਾ ਤੋਂ ਕਹਿ ਦਿੱਤਾ ਕਿ ਮੇਰਾ ਛੋਟਾ ਭਰਾ, ਛੋਟੀ ਉਮਰ, ਮੇਰਾ ਹੱਕ ਮਾਰ ਲਿਆ। ਮੈਂ ਵੱਡਾ ਸੀ, ਮੈਂ ਗੁਰੂ ਬਣਨਾ ਸੀ।
फिर की होया जे गद्दी तू लै ली है तू माता दा माली, शीतला दा खा जी है। हस के 8वें पातशाह कहन लगे, ਅਸੀਂ ਆਪਣੇ ਪਿਤਾ ਦਾ ਵਚਨ ਪੂਰਾ ਕਰ ਦਿਆਂਗੇ। ਰਸਨਾ ਤੋਂ ਨਿਕਲਿਆ ਸ਼ਬਦ, ਉਹਨਾਂ ਕਿਹਾ ਸੀ ਤੈਨੂੰ ਤੇਰੀ ਰਸਨਾ ਤੇ ਅਸੀਂ ਬੈਠਾਂਗੇ, ਪਰ ਗੁਰੂ ਆਸ਼ੇ ਦੇ ਉਲਟ ਨਾ ਬੋਲੀ, ਜਾਂ ਤੂੰ ਬੇਲਾਦਾ ਹੀ ਮਰੇਗਾ, ਤੇਰੇ ਮਸੰਤ ਨੂੰ ਜਿਉਂਦੇ ਨੂੰ ਸਾੜੂਗੇ। ਉਸੇ ਤਰ੍ਹਾਂ ਹੀ ਹੋਇਆ ਸੀ। 8ਵੇਂ ਪਾਤਸ਼ਾਹ ਬਹੁਤਾ ਸਮਾਂ ਨਹੀਂ, 2 ਸਾਲ ਦੇ ਵਿੱਚ ਵਿਚਾਲੇ ਜਿਹੀ ਆਪ ਜੀ ਜੋਤੀ ਜੋਰ ਸਮਾ ਕੇ ਸੱਚਖੰਡ ਚਲੇ ਗਏ। उस मौका संगतां ने पूछा भी अगला गुरु कौन है, तो साहब सच्चे पातशाह 5 पैसे ते नारियल सुंदर थाल विच रख के अपने हत्थां 'च लैके दिल्ली बैठिया बाबे बकाले बैठा बाबा। बाबा किवें लगे गुरु तेग बहादुर पातशाह, श्री हरकृष्ण साहब दे पिता गुरु हरराय साहब जी ते गुरु हरराय साहब दे पिता बाबा गुरदित्ता जी ਤੇ ਗੁਰਦਿੱਤੇ ਦਾ ਭਰਾ ਛੋਟਾ। ਹੁਣ ਬਾਬੇ ਦੇ ਭਰਾ ਨੂੰ ਬਾਬਾ ਹੀ ਕਿਹਾ ਜਾਊ ਜਾਂ ਕੁਝ ਹੋਰ? ਬਾਬਾ ਲੱਗਦੇ ਸੀ, ਹੋਰ ਤੇ ਨਾਂ ਕਿਉਂ ਨਹੀਂ ਲਿਆ? ਵੱਡਿਆਂ ਦਾ ਨਾਂ ਲੈਣ ਤੋਂ ਛੋਟੇ ਸੰਕੋਚ ਕਰਦੇ ਹੈ, ਸਤਿਕਾਰ ਨਾਲ ਕੁਝ ਬੁਲਾਉਂਦੇ ਨੇ। ਬਾਬਾ ਬੱਸੇ ਗ੍ਰਾਮ ਬਕਾਲੇ ਬਨ ਗੁਰ ਸ਼ੰਕਰ ਸੰਗਤ ਸਕਾਲੇ 6 ਅਪ੍ਰੈਲ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ 1721 ਬਿਕਰਮੀ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬਾਬੇ ਬੁੱਢੇ ਜੀ ਦੀ ਅੰਸ਼ ਵਿੱਚੋਂ 6ਵੇਂ ਤਾਂ ਤੇ ਗੁਰਦਿੱਤਾ ਜੀ ਇੱਕ ਹੋਰ ਹੋਏ, ਜਿਨ੍ਹਾਂ ਦਾ ਪੁੱਤਰ ਰਾਮ ਕੌਰ ਜੀ ਹੋਇਆ ਬ੍ਰਹਮ ਗਿਆਨੀ। 10ਵੇਂ ਪਾਤਸ਼ਾਹ ਵੇਲੇ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਤੇ ਫੇਰ ਗੁਰਬਖਸ਼ ਸਿੰਘ ਨਾਂ ਰਖਾਇਆ ਸੀ, ਉਸ ਗੁਰਦਿੱਤਾ ਜੀ ਨੂੰ 6 ਅਪ੍ਰੈਲ ਨੂੰ ਗੁਰਤਾ ਗੱਦੀ ਸਮਗਰੀ ਦੇ ਕੇ ਬਾਬੇ ਬਕਾਲੇ ਭੇਜੀ ਤੇ ਤੁਰ ਕੇ ਆਉਂਦਿਆਂ ਸਮਾਂ ਲੱਗ ਹੀ ਜਾਂਦਾ ਹੈ। ਬਾਬੇ ਬਕਾਲੇ ਤੱਕ ਦਿੱਲੀਓਂ ਸੰਸਕਾਰ ਵਗੈਰਾ ਕਰਕੇ ਤੁਰੇ ਹੋਣਗੇ। ਤੋ ਸਿਆਣਿਆਂ ਦਾ ਕਥਨ ਹੈ, ਸਨ ਸੰਤ ਨੇ ਲਿਖਿਆ ਵੀ ਉਹ ਦਿਨ ਵਿਸਾਖ ਦੀ ਸੰਗਰਾਂਦ ਦਾ ਦਿਨ ਸੀ ਜੋ ਬਾਬੇ ਬਕਾਲੇ ਪਹੁੰਚੇ ਹੈ ਤੇ ਭੋਰੇ ਵਿੱਚੋਂ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ 6ਵੇਂ ਪਾਤਸ਼ਾਹ ਪਿਤਾ ਦੀ ਦੇਣ ਬਖਸ਼ਿਸ਼ ਆਪਣੀ ਝੋਲੀ 'ਚ ਪਵਾ ਲਈ। ਜਰਨ ਸ਼ਕਤੀ ਦੇ ਮਾਲਕ ਧੀਰਜ ਦੇ ਸ਼ਾਂਤੀ ਦੇ ਪਹੁੰਚ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰਦਿੱਤੇ ਨੂੰ ਕਹਿਣ ਲੱਗੇ, ਤੂੰ ਆਪਣੇ ਨਗਰ ਚਲਿਆ ਜਾ ਰਵਿਦਾਸ, ਜਾ ਕੇ ਉੱਥੇ ਆਨੰਦ ਲੈ ਤੇ ਸਾਨੂੰ ਇੱਥੇ ਆਨੰਦ ਲੈਣ ਦੇ। ਬਾਣੀ ਸਿਮਰਦਾ, ਸਾਨੂੰ ਮੱਥੇ ਟਿਕਾਉਣ ਦੀ ਲੋੜ ਨਹੀਂ, ਸਾਨੂੰ ਦੁਨਿਆਵੀ ਧਨ ਦੀ ਲੋੜ ਨਹੀਂ, ਪ੍ਰਭਤਾ ਵਡਿਆਈ ਦੀ ਲੋੜ ਨਹੀਂ। ਰੱਬ ਦੇ ਨਾਮ ਨਾਲ ਜੁੜੇ ਆ, ਮਨ ਨੂੰ ਸ਼ਾਂਤੀ ਟਿਕਾ ਮਿਲਿਆ ਹੈ, ਕਿਸੇ ਨੂੰ ਸਾਨੂੰ ਜ਼ਾਹਰ ਨਹੀਂ ਕਰਨਾ, ਚੁੱਪ ਕਰਕੇ ਚਲਿਆ ਜਾ। ਸਤਿਕਾਰ ਵਜੋਂ ਗੁਰਤਾ ਗੱਦੀ ਝੋਲੀ 'ਚ ਪਵਾ ਲਈ ਤੇ ਬੰਦਗੀ ਨਾਲ ਜੁੜੇ ਰਹੇ। ਗੁਰਦਿੱਤਾ ਜੀ ਬਾਬੇ ਬੁੱਢੇ ਜੀ ਅੰਸ਼ ਵਾਲੇ ਬਚਨ ਮੰਨ ਕੇ ਆਪਣੇ ਨਗਰ ਰਵਿਦਾਸ ਚਲੇ ਗਏ। ਹੁਣ ਕਿੰਨਾ ਸਮਾਂ ਗੁਪਤ ਰਹੇ, ਇਤਿਹਾਸ ਵਿੱਚੋਂ ਪੰਕਤੀ ਨਹੀਂ ਮਿਲਦੀ, ਕੋਈ ਸਮਾਂ ਲੱਗਾ ਹੀ ਹੋਵੇਗਾ ਨਾ, ਕਿਉਂਕਿ ਜਿਸ ਸਮੇਂ ਦੇ ਦੌਰਾਨ ਹੌਲੀ ਹੌਲੀ ਗੁਰੂ ਬਣਦੇ, ਚਾਹਵਾਨ ਭੁੱਖੇ ਸਰੋਪਿਆਂ ਦੇ ਮਾਇਆ ਦੇ ਮੱਥੇ ਟਿਕਾਉਣ ਦੇ, 1 ਆ ਗਿਆ, 2 ਆ ਗਏ, 4 ਆ ਗਏ, 22 ਇਕੱਠੇ ਹੋ ਗਏ। ਮੰਡੀ ਲੱਗੀ ਗੁਰੂਆਂ ਦੀ ਤੇ ਹੁਣ ਵੀ ਲੱਗੀ ਹੋਈ ਹੈ। ਪਹਿਲੋਂ ਵਸਤ ਸੰਜਾਣ ਕੇ ਤਾਂ ਕੀਤੇ ਵਪਾਰ, ਆਦ ਕੇ ਪੰਕਤੀਆਂ ਨੇ ਯਾਦ ਰੱਖਣੀਆਂ ਚਾਹੀਦੀਆਂ। ਸੋ ਉਸ ਮੌਕਾ ਧੀਰ ਮੱਲ ਵੀ ਆ ਗਿਆ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ, ਉਹਨੇ ਵੀ ਪ੍ਰਕਾਸ਼ ਕਰ ਲਿਆ ਵੀ ਗੁਰੂ ਕੀ ਅੰਸ਼ ਵਿੱਚੋਂ ਹਾਂ। ਸੋ ਮੈਂ ਹਰਰਾਏ ਸਾਹਿਬ ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ ਹਾਂ, ਰਾਏ ਸਾਹਿਬ ਦਾ ਵੱਡਾ ਭਰਾ ਹਾਂ, 6ਵੇਂ ਪਾਤਸ਼ਾਹ ਦਾ ਪੁੱਤਰ ਹਾਂ। ਗੁਰੂ ਸਰੂਪ ਬਖਸ਼ ਮੇਰੇ ਕੋਲੇ, ਮੈਂ ਵੱਡਾ ਗੁਰੂ। ਪਸੰਦ ਰੱਖ ਲਏ, ਵੱਡੀਆਂ ਦੇ ਲੀਆਂ, ਦੁਨੀਆ ਨੂੰ ਪ੍ਰੇਰਨਾ ਸ਼ੁਰੂ ਕਰ ਲਿਆ, ਮਗਰ ਲਾਉਣੀਆਂ ਸ਼ੁਰੂ ਕਰ ਲੀਆਂ ਦੁਨੀਆ ਦੇ ਲੋਕ, ਆਮ ਸੰਗਤਾਂ। ਕਈ ਭੋਲੇ ਭਾਲੇ ਵਿਚਾਰੇ ਲੱਗ ਵੀ ਗਏ, ਦੁਕਾਨਾਂ ਚੱਲਦੀਆਂ, ਕਿਸੇ ਦੀਆਂ ਘੱਟ ਕਿਸੇ ਦੀਆਂ ਵੱਧ। ਇਸ ਪ੍ਰਕਾਰ ਸਮਾਂ ਗੁਜ਼ਰਦਾ ਗਿਆ। ਮੱਖਣ ਸ਼ਾਹ ਲਬਾਣੀ ਦੀ ਸਾਖੀ ਵਿਸਥਾਰ 'ਚ ਨਾ ਜਾਵਾਂ, ਤੁਸੀਂ ਕਈ ਵਾਰੀ ਸੁਣੀ ਹੋਣੀ। ਜਿਹੜੀ ਗੱਲ ਘੱਟ ਸੁਣੀ ਹੋਏ ਉਹਦੀ ਵਿਚਾਰ ਬਹੁਤੀ ਕਰਨੀ ਚਾਹੀਦੀ ਹੈ, ਪ੍ਰਚਲਿਤ ਹੋਵੇ ਉਹ ਘੱਟ ਨਾਲ ਵੀ ਸਰ ਜਾਂਦਾ ਹੈ। ਉਹਦਾ ਜਹਾਜ਼ ਬਰੇਤੇ 'ਚ ਅੜ ਗਿਆ ਸੀ, ਉਸਨੇ ਅਰਦਾਸ ਕੀਤੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਦੇ ਸੁਖਣਾ ਸੁਖੀ 500 ਮੋਹਰ ਦਸਵੰਧ ਦੀ ਆਦਿਕ ਮਾਇਆ ਲੈ ਕੇ ਆਉਣ ਲਈ ਸਾਹਿਬ ਸੱਚੇ ਪਾਤਸ਼ਾਹ ਰੂਹਾਨੀ ਤਾਕਤ ਨਾਲ ਹਰੇਕ ਦੇ 3 ਸਰੀਰ ਨੇ, ਸਥੂਲ, ਕਾਰਨ ਤੇ ਸੂਖਮ। ਸਥੂਲ ਸਰੀਰ ਹੀ ਦੁੱਖ ਮੰਨਦਾ, ਸਥੂਲ ਸਰੀਰ ਹੀ ਮਰਦਾ ਤੇ ਇਹੋ ਮੁੜ ਕੇ ਜਨਮ ਲੈਂਦਾ ਹੈ। ਦੂਜੇ ਸਰੀਰ ਨਹੀਂ ਜਿਹੜੇ ਸੁਪਨਿਆਂ ਦੁਆਰਾ ਫਿਰਦੇ ਨੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜਹਾਜ਼ ਬੰਨੇ ਉਹਦਾ ਲਾਇਆ।
ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਸਨ। ਸਨਮੁਖ ਸਾਹ ਦਾ ਜਹਾਜ਼ ਗੁਰੂ ਨਾਨਕ ਪਾਤਸ਼ਾਹ ਬੰਨੇ ਲਾਇਆ, ਹੋਰ ਸਿੱਖ ਦਾ ਜਹਾਜ਼ ਛੇਵੇਂ ਪਾਤਸ਼ਾਹ ਨੇ ਬੰਨੇ ਲਾਇਆ। ਜਹਾਜ਼ ਬੰਨੇ ਲਾਉਣ ਦੀਆਂ ਕਈ ਸਾਖੀਆਂ। ਭਾਈ ਕੀ ਡਰੌਲੀ ਹਜ਼ੂਰ ਸੱਜੇ ਨੇ ਸਾਂਢੂ ਦੇ ਕੋਲ ਆਪਦੇ ਮਹਿਲ ਮਾਤਾ ਰਾਮੋ ਭਾ ਰਾਮੋ ਜੀ, ਦਮੋਦਰੀ ਜੀ ਉਹਦੀ ਭਾ ਭੈਣ ਰਾਮੋ ਜੀ, ਗਰਮੀ ਦੀ ਮੋਝ, ਛੇਵੇਂ ਪਾਤਸ਼ਾਹ ਸਾਈਂ ਦਾ ਸਾਂਢੂ ਹੱਥ ਵਿੱਚ ਲੈ ਕੇ ਹੱਥ ਨਾਲ ਝੱਲਣ ਵਾਲਾ ਪੱਖਾ ਝੱਲ ਰਿਹਾ ਆਪਣੇ ਸਾਂਢੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਤੇ ਕੇਸਾਂ ਚੋਂ ਜਾਲ ਤਰਿਪ ਤਰਿਪ ਡਿੱਗ ਰਿਹਾ ਹੈ। ਰਾਮੋ ਕਹਿਣ ਲੱਗੀ, ਪਤੀ ਦੇਵ ਜ਼ੋਰ ਨਾਲ ਪੱਖਾ ਕਰੋ, ਜਲਦੀ ਝੱਲੋ, ਦੇਖੋ ਪਸੀਨਾ ਵਗ ਰਿਹਾ। ਸਾਈਂ ਦਾਸ ਕੀ ਕਹਿਣ ਲੱਗਾ, ਪਸੀਨਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਰਿਆ ਚੋਂ ਜਹਾਜ਼ ਬੰਨੇ ਲਾ ਰਹੇ ਨੇ, ਦੇਖ ਇਹ ਉਹ ਜਲ ਡਿੱਗ ਰਿਹਾ। ਸਰੀਰ ਉੱਥੇ ਪਿਆ ਸੀ ਪਲੰਗੇ ਤੇ। ਸਾਹਿਬ ਸੱਚੇ ਪਾਤਸ਼ਾਹ ਉੱਠ ਕੇ ਬਹਿ ਗਏ ਵੀ ਤੁਸੀਂ ਸਾਡੀਆਂ ਗੁਪਤ ਗੱਲਾਂ ਜਾਣਨ ਲੱਗ ਗਏ ਹੋ, ਹੁਣ ਹੀ ਤੁਹਾਡੇ ਕੋਲੋਂ ਚਲੇ ਜਾਣ। ਕਿੰਨਿਆਂ ਸਰੂਪਾਂ ਨੇ ਹੋਰ ਵੀ ਜਹਾਜ਼ ਬੰਨੇ ਲਾਏ, ਇਹ ਨਹੀਂ ਪਿਆ ਉਹ ਸਰੀਰ ਜਾਊ, ਕਦੋਂ ਜਾਊ ਤੇ ਕਦੋਂ ਪਹੁੰਚੂ ਤੇ ਕਦੋਂ ਬੰਨੇ ਲਾਊ। ਉਹ ਸਰੀਰ ਹੁਣ ਵੀ ਛਿੰਨ ਚ ਪ੍ਰਗਟ ਹੋ ਜਾਂਦਾ ਤੇ ਗੁਪਤ ਹੋ ਜਾਂਦਾ ਹੈ। ਡੁੱਬਦੇ ਜਹਾਜ਼ ਜ਼ਿੰਦਗੀ ਦੇ ਜੀਵਨ ਦੇ ਬੇੜੇ ਬੰਨੇ ਲਾਉਣ ਲਈ ਉਹੀ ਨਿਰਗੁਣ ਹੈ ਤੇ ਉਹੀ ਸੁਰਗੁਣ ਹੈ, ਸਰਗੁਣ ਹੈ। ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਉਹੀ। ਇਹ ਆਰਗ ਹਵਾਲੇ ਮਿਲਦੇ ਨੇ। ਜਿਹੜਾ ਜਹਾਜ਼ ਬੰਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਾਇਆ ਸੀ ਤੁਲਸਾਂ ਦਾ ਸੀ, ਜਦੋਂ ਚਰਨ ਚੱਟ ਕੇ ਦੱਸਿਆ ਸੀ ਮਾਤਾ ਨਾਨਕ ਇੱਥੇ ਨਹੀਂ, ਸਰੀਰ ਉੱਥੇ ਹੀ ਸੀ। ਉਹਦਾ ਸਰੀਰ ਭਾਵ ਜਹਾਜ਼ ਬੰਨੇ ਲਾ ਰਿਹਾ। ਮਾਤਾ ਗੁੱਸੇ ਹੋ ਗਈ ਸੀ। ਉਹ ਜਹਾਜ਼ ਨਾਵੇਂ ਪਾਤਸ਼ਾਹ ਨੇ ਵੀ, ਛੇਵੇਂ ਪਾਤਸ਼ਾਹ ਨੇ ਵੀ, ਹੋਰ ਸਰੂਪ ਤੇ ਹੁਣ ਤੱਕ ਵੀ ਕਿਰਪਾ ਕਰਦੇ ਨੇ, ਗਾਂ ਕਰਨਗੇ। ਇਸ ਪ੍ਰਕਾਰ ਮੱਖਣ ਸ਼ਾਹ ਦਾ ਜਹਾਜ਼ ਬੰਨੇ ਲੱਗਿਆ, ਸਮਾਨ ਵੇਚਿਆ। ਜਬ ਵਚਨਾ ਦਾ ਜ਼ਬਾਨ ਦਾ ਪੂਰਾ ਸੂਰਵੀਰ ਬਚਨ ਕੇ ਬਲੀ, ਕੌਲਾ ਵਪਰੀ ਸ਼ੰਤੀ ਛਲੀ। ਮਾਇਆ ਤਨ ਵਟਿਆ, ਦਸਵੰਧ ਦੀ ਮਾਇਆ ਵੱਖਰੀ ਰੱਖੀ, 500 ਸੁਖਣਾ ਦੀ ਵੱਖਰੀ ਰੱਖੀ। ਘਰ ਨੂੰ ਨਹੀਂ ਜਾਣਾ, ਪਹਿਲਾਂ ਸੁਖਣਾ ਲਾ ਲਈ। ਪਤਾ ਲੱਗਣ ਤੋਂ ਸਿੱਧਾ ਦਿੱਲੀ ਗਿਆ ਕਿ 8ਵੇਂ ਸਰੂਪ ਦਿੱਲੀ ਗਏ ਸੀ। ਉਦੋਂ ਫੋਨ ਤੇ ਹੁੰਦੇ ਨਹੀਂ, ਫਿਰ ਦੱਸ ਦਿੱਤਾ ਜਾਵੇ ਵੀ ਕੀ ਹੋ ਗਿਆ ਤੇ ਕੀ ਹੋਣਾ ਹੈ। ਪਤਾ ਲੱਗਿਆ ਵੀ 8ਵੇਂ ਸਰੂਪ ਸਰੀਰ ਛੱਡ ਗਏ ਹੈ, ਤੇ ਫਿਰ 9ਵੇਂ ਥਾਂ ਕੌਣ ਹੈ? ਜੇ ਇੰਨਾ ਹੀ ਕਹਿ ਗਿਆ ਬਾਬਾ ਬਕਾਲੇ, ਉਥੋਂ ਗੁਰੂ ਕਾ ਸਿੱਖ ਬਾਬੇ ਬਕਾਲੇ ਨੂੰ ਤੁਰ ਪਿਆ। ਬਚਨ ਦਾ ਪੂਰਾ ਸੁਖਣਾ ਦਾ ਕਰਨ ਲਈ, ਸ਼ੁਕਰਾਨਾ ਕਰਨ ਲਈ ਜਦੋਂ ਬਾਬੇ ਬਕਾਲੇ ਆਇਆ ਤਾਂ ਅੱਗੇ ਗੁਰੂਆਂ ਦਾ ਆੜੀ ਆਇਆ ਬੈਠਾ ਹੈ। ਬਾਈ ਕੋਈ ਥੋੜੇ ਨਹੀਂ ਹੁੰਦੇ, ਇੱਕੇ ਨਗਰ 'ਚ 22 ਬੈਠੇ ਹੋਣ। ਹੈਰਾਨ ਹੋ ਗਿਆ ਵੀ ਗੁਰਤਾ ਗੱਦੀ ਦਾ ਮਾਲਕ ਇੱਕ ਚਲਿਆ ਆਇਆ ਹੈ, 22 ਕਿਵੇਂ? ਹੁਣ ਕਿਸ ਤਰ੍ਹਾਂ ਨਿਰਣਾ ਹੋਵੇ? ਨਿਰਣਾ ਕਰਨ ਲਈ ਮਨ ਹੀ ਮਨ, ਜਿਨ ਮੇਰੀ ਅਰਦਾਸ ਪੂਰੀ ਕੀਤੀ ਹੈ ਉਹ ਹੁਣ ਵੀ ਮੇਰੇ ਮਨ ਦੀ ਗੱਲ ਨੂੰ ਜਾਣੂ। ਸੋ ਮੰਗ ਕੇ ਸੁਖਣਾ ਦੀ ਆਪਣੀ ਮੋਹਰ ਮੇਰੇ ਪਾਸੋਂ ਲੈ ਲਵੇ। ਬਾਈਆਂ ਕੋਲ ਹੀ ਹੌਲੀ ਹੌਲੀ ਤੁਰ ਪਿਆ, ਮੱਥਾ ਟੇਕਿਆ। ਸੋ ਅਸੀਰਵਾਦ, ਬੜੀਆਂ ਬੜੀਆਂ ਲੰਮੀਆਂ ਅਰਦਾਸਾਂ ਹੋਈਆਂ। ਉਹ ਅਰਦਾਸਾਂ ਕਰਦੇ ਨੇ, ਅਸੀਰਵਾਦ ਦਿੰਦੇ ਨੇ, ਤੇ ਮੱਖਣ ਸਾਹਿਬ ਦਿਲ ਹੀ ਮਨ ਕਹਿੰਦਾ ਤੂੰ ਪਖੰਡੀ ਹੈ, ਤੂੰ ਝੂਠਾ ਹੈ। ਜੇ ਸੱਚਾ ਹੋਵੇ ਤੇ 500 ਮੰਗ ਕੇ ਲੈ ਲੈ ਮੇਰੇ ਪਾਸੋਂ। ਮੇਰੇ ਦਿਲ ਦੀ ਗੱਲ ਨੂੰ ਤੂੰ ਨਹੀਂ ਜਾਣ ਸਕਿਆ, ਇਸ ਕਰਕੇ ਤੂੰ ਗੁਰੂ। ਸ਼ਾਮ ਤੱਕ 22 ਹੀ ਬਰਖਲੇ, ਕੋਈ ਵੀ ਸੱਚਾ ਗੁਰੂ ਨਾ ਨਿਕਲਿਆ, ਤਸੱਲੀ ਨਾ ਹੋਈ। ਫਿਰ ਅਰਦਾਸ ਬੇਨਤੀ ਕੀਤੀ, ਮਹਾਰਾਜ ਸਾਹਿਬ ਕਸੂਰ ਮੇਰੇ 'ਚ ਹੀ ਹੋਣਾ ਹੈ, ਅਸਲੀ ਜ਼ਰੂਰ ਹੋਵੋਗੇ। 8ਵੇਂ ਸਰੂਪ ਦੇ ਬਚਨ ਵਿਅਰਥ ਨਹੀਂ ਜਾ ਸਕਦੇ, ਕਿਰਪਾ ਕਰੋ ਮੈਨੂੰ ਦਰਸ਼ਨ ਦੇਵੋ। ਕਿੱਥੇ ਵੀ ਹੈਗੇ, ਕਮਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਹੈ। ਇੱਧਰ ਉੱਧਰ ਪੁੱਛਣ ਤੋਂ ਖਬਰ ਮਿਲੀ ਵੀ ਗੁਰੂ ਅੰਸ਼ ਵਿੱਚੋਂ ਤੇਗਾ ਨਾਮੇ ਵੀ ਇੱਥੇ ਹੈਗਾ, ਭੋਰੇ 'ਚ ਵੜਿਆ ਰਹਿੰਦਾ ਹੈ, ਕਿਸੇ ਨਾਲ ਬਹੁਤੀ ਸਾਂਝ ਰੱਖਦਾ ਹੀ ਨਹੀਂ। ਇੱਕ ਉਹਦੀ ਮਾਤਾ ਹੈ ਬਿਰਧ, ਇੱਕ ਉਹਦੀ ਘਰ ਵਾਲੀ ਪਤਨੀ ਹੈ, ਬਸ ਇੰਨੇ ਕੀ ਸਰੀਰ ਹੈ। ਸਹਿਬ ਸੱਚੇ ਪਾਤਸ਼ਾਹ ਦੀ ਸ਼ਾਦੀ ਹੋ ਗਈ, ਆਪ ਸੁਣ ਚੁੱਕੇ ਹੋ 99 'ਚ, 1699 'ਚ 10ਵੇਂ ਪਾਤਸ਼ਾਹ ਪ੍ਰਗਟ ਹੋਏ 1723 'ਚ। ਗਿਣਤੀ ਕਰ ਲਓ, 33-34 ਸਾਲ ਬਣ ਜਾਂਦੇ ਆ ਸ਼ਾਦੀ ਹੋਈ ਨੂੰ। ਔਲਾਦ ਨਹੀਂ ਸੀ ਅਜੇ ਕੋਈ ਹੋਈ, ਗ੍ਰਸਤੀ ਨਹੀਂ ਕੀਤਾ, ਇਸ ਪਾਸੇ ਪਏ ਹੀ ਨਹੀਂ, ਤੁਰਨਾ ਹੀ ਨਹੀਂ। ਇਹੋ ਜਿਹੇ ਸਤਿਗੁਰੂ ਸੱਚੇ ਪਾਤਸ਼ਾਹ ਤਿਆਗ ਮੱਲ ਭਲਵਾਨ ਸਨ, ਤਿਆਗ ਦੇ ਤੇਗ ਬਹਾਦਰ। ਸਮਾਂ ਗੁਜ਼ਰਦਾ ਗਿਆ, ਪਤਾ ਲੱਗਣ ਤੋਂ ਸੋ ਚਲੇ ਗਿਆ ਭੋਰੇ ਵਿੱਚ।
ਵੇਖਣ ਤੋਂ ਕੁਝ ਕੁ ਮਨ ਨੂੰ ਆਨੰਦ ਆਇਆ, ਕੁਝ ਕੁ ਸ਼ਾਂਤੀ ਆਈ, ਪਰ ਗੁਰੂ ਕਾ ਸਿੱਖ ਸਿਆਣਾ ਸੀ, ਪਰਖ ਜਾਰੀ ਰੱਖੀ। ਹੋਰਾਂ ਉੱਥੇ ਵੀ ਦੋ ਹੀ ਰੱਖੀਆਂ ਵੀ ਮੰਗ ਕੇ ਲੈ ਲੈ ਸੁਖਣਾ ਦੀ। ਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਨਾ ਦੱਸਦੇ ਕਿ ਅਸੀਂ ਤੇਰਾ ਜਹਾਜ਼ ਬੰਨੇ ਲਾਇਆ, ਤੇ ਜੇ ਬਾਈਆਂ ਨੂੰ ਪਖੰਡੀ ਕਹਿ ਗਿਆ ਫਿਰ ਉਹਨੂੰ ਵੀ ਪਖੰਡੀ ਕਹਿ ਦਿੰਦਾ। ਸਾਰਾ ਸਾਹਿਬ ਅਸਲੀ ਨੂੰ, ਅਸਲੀ ਪੂਰੇ ਗੁਰੂ ਦੀ ਨਿੰਦਿਆ ਨਰਕਾਂ ਨੂੰ ਖੜਦੀ ਹੈ। ਹਜ਼ੂਰ ਨੇ ਸੋਚਿਆ ਵੀ ਹੁਣ ਪ੍ਰਗਟ ਹੋਣ ਦਾ ਸਮਾਂ ਆ ਗਿਆ ਜਾਪਦਾ ਹੈ। ਜੇ ਇਹਨੂੰ ਦੱਸਿਆ ਤੇ ਇਹਨੇ ਜ਼ਾਹਰ ਕਰ ਦੇਣਾ, ਰੌਲਾ ਪਾ ਦੇਣਾ। ਨਾ ਦੱਸਿਆ ਤੇ ਨਿੰਦਿਆ ਕਰੂ, ਨਰਕਾਂ ਨੂੰ ਜਾਊ। ਹੁਣ ਗੱਲਾਂ ਦੋ ਸਾਹਮਣੇ ਆ ਗਈਆਂ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਵੇਖ ਸਿੱਖਾ, ਜਦੋਂ ਜਹਾਜ਼ ਡੁੱਬਦਾ ਸੀ ਅਰਦਾਸਾਂ ਕਰਦਾ ਸੀ ਸੁੱਕਣਾ ਦਸਵੰਧ ਆਰਕ ਮਾਇਆ ਦੇਣ ਦੀ। ਸੋ ਉਸ ਮੌਕਾ ਤੇ ਬੜੇ ਤਰਲੇ ਲੈਂਦਾ ਸੀ, ਆ ਸਾਡਾ ਮੋਢਾ ਦੇਖ, ਤੇਰਾ ਜਹਾਜ਼ ਬੰਨੇ ਲਾਇਆ ਹੈ, ਪਰ ਸਾਨੂੰ ਤੇਰੀ ਮਾਇਆ ਦੀ ਲੋੜ ਨਹੀਂ ਤੇ ਨਾ ਹੋਰ ਕਿਸੇ ਵਸਤੂ ਦੀ ਲੋੜ ਹੈ। ਨਾ ਸਾਨੂੰ ਜ਼ਾਹਰ ਕਰੀ, ਪ੍ਰਗਟ ਨਾ ਕਰੀ ਸਾਨੂੰ। ਕਹਿੰਦਾ ਜੀ ਮੈਂ ਰਹਿ ਨਹੀਂ ਸਕਦਾ, ਇੰਨੀ ਜਰਨ ਸ਼ਕਤੀ। ਪਖੰਡੀ ਬਾਹਰ ਬਾਈ ਬੈਠੇ ਹੋਣ, ਅਸਲੀ ਅੰਦਰ ਲੁਕਿਆ ਬੈਠਾ ਹੋਵੇ। ਪਖੰਡੀਆਂ ਮਸੰਦ ਰੱਖੇ ਨੇ, ਪੈਸੇ ਦੇ ਦੇ, ਵੱਡੀਆਂ ਦੇ ਦੇ, ਤੇ ਤੁਸੀਂ ਅਸਲੀ ਲੁਕੇ ਬੈਠੇ ਹੋ। ਜ਼ਾਹਰ ਨਾ ਕਰੀ, ਮੈਂ ਨਹੀਂ ਰਹਿ ਸਕਦਾ। ਫਿਰ ਦਬਕਾ ਮਾਰਿਆ ਵੀ ਤੇਰਾ ਮੂੰਹ ਕਾਲਾ ਕਰਾਂਗੇ। ਕੌਣ ਏਦਾਂ ਹੋ ਸਕਦਾ ਵੀ ਸਾਨੂੰ ਜ਼ਾਹਰ ਨਾ ਕਰੀ, ਤੇਰਾ ਮੂੰਹ ਕਾਲਾ ਕਰਾਂਗੇ। ਇਸ ਪ੍ਰਕਾਰ ਮਹਾਰਾਜ ਸਾਹਿਬ, ਮੈਂ ਤੁਹਾਨੂੰ ਖੇਚਲ ਨਹੀਂ ਦਿੰਦਾ, ਤੁਹਾਡਾ ਬਚਨ ਪੂਰਾ ਆਪ ਹੀ ਕਰ ਲਓ। ਘਰੇ ਜਾ ਕੇ ਗੁਰੂ ਕੇ ਮਾਤਾ ਨਾਨਕੀ ਪਾਸੋਂ ਤਵਾ ਲੈ ਕੇ, ਮੁਖ ਨੂੰ ਲਾ ਕੇ, ਬਸਤਰ ਲੈ ਕੇ, ਸਰੋਪਾ ਲੈ ਕੇ, ਕੋਠੇ ਚੜ ਕੇ, ਹੱਥ ਫੇਰ ਕੇ, ਪੱਲਾ ਫੇਰ ਕੇ, ਲਾਦੋ ਰੇ ਸੰਗਤੋ, ਆ ਬਾਈ ਝੂਠੇ ਬੈਠੇ ਜੇ, ਪਖੰਡੀ ਬੈਠੇ ਜੇ, ਅਸਲੀ ਮੈਂ ਲੱਭ ਲਿਆ ਜੇ। ਸੰਗਤਾਂ ਜਿਹੜੀਆਂ ਗੁਰੂ ਦੀਦਾਰਾਂ ਦੀਆਂ ਭੁੱਖੀਆਂ ਸੀ, ਉਮਟ ਕੇ ਪੈ ਗਈਆਂ, ਪਦਾਰਥ ਲੈ ਕੇ ਹਾਜ਼ਰ ਹੋ ਗਈਆਂ। ਉਸ ਮੌਕਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹਦਾ ਮੁਖ ਧਵਾਇਆ। ਮੱਖਣ ਸ਼ਾਹ, ਇਹ ਜਿਹੜਾ ਤੂੰ ਆਪਣਾ ਮੁਖ ਕਾਲਾ ਕੀਤਾ ਹੈ, ਤੇਰੀ ਜ਼ਿੰਦਗੀ ਜੀਵਨ ਦੀਆਂ ਸਾਖੀਆਂ ਪੜ੍ਹ ਕੇ ਦੂਜਿਆਂ ਦੇ ਮੂੰਹ ਕਾਲੇ ਵਿੱਚ ਤੇ ਹੋਣ, ਤੇਰਾ ਪ੍ਰਲੋਕ ਚ ਵੀ ਨਹੀਂ ਹੋਵੇਗਾ, ਕਦੇ ਵੀ ਨਹੀਂ ਹੋਵੇਗੀ। ਇਹਨਾਂ ਵਰਾਂ ਦੀ ਪ੍ਰਾਪਤੀ ਹੋਈ। ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਸੰਗਤਾਂ ਨੇ ਬਣਾ ਲਿਆ। ਹੀਰਮਲ ਸਭ ਤੋਂ ਵੱਧ ਦੁਖੀ ਹੋਇਆ, ਜਿਹੜਾ ਗੁਰੂ ਕੀ ਅਣਸ ਵਿੱਚੋਂ ਸੀ। ਜੀਹੇ ਮਸੰਦ ਨਾਲ ਸਲਾਹ ਕਰਕੇ ਜੋ ਸੰਗਤਾਂ ਨੇ ਚੜਾਵੇ ਮਾਇਆ ਪਦਾਰਥ ਮਾਰ ਲਾ ਦਿੱਤੇ ਸੀ। ਦਰਬਾਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਗੋਲੀ ਮਾਰ ਕੇ, ਬੰਦੂਕ ਦੀ ਗੋਲੀ ਚਲਾ ਕੇ ਤੇ ਮਾਰ ਦੇਣ ਦੀ ਨੀਤ ਬਣਾ ਲਈ। ਜਿਸ ਗੱਲੋਂ ਸਾਹਿਬ ਡਰਦੇ ਸੀ ਕਿ ਦੁਨੀਆ ਦੇ ਝਗੜਿਆਂ ਚੋਂ ਕੀ ਲੈਣਾ, ਉਹ ਗੱਲ ਹੋ ਹੀ ਗਈ। ਉਹ ਗੋਲੀ ਮੱਥੇ ਨੂੰ ਛੋਹ ਕੇ ਅੱਗੇ ਕੰਧ ਨੂੰ ਜਾ ਵੱਜੀ। ਸਾਹਿਬ ਵਾਲ ਬਚ ਗਏ। ਜਿੰਨਾ ਸੰਗਤਾਂ ਦਾ ਚੜਾਵਾ ਸੀ ਇਕੱਠਾ ਕਰਕੇ ਵੰਡ ਬੰਨ ਕੇ ਲੈ ਗਿਆ। ਮੱਖਣ ਸ਼ਾਹ ਨੂੰ ਪਤਾ ਲੱਗਣ ਤੋਂ ਖੂਬ ਸਜਾ ਦਿੱਤੀ, ਕੁਟਾਪਾ ਚਾੜਿਆ, ਸਮਾਨ ਵਾਪਸ ਲਿਆਂਦਾ। ਸਾਹਿਬਾਂ ਫੇਰ ਮੜਵਾ ਦਿੱਤਾ ਵੀ ਭੁੱਖਾ ਮਾਇਆ ਦਾ ਦੇ ਦਿਓ ਉਸ ਨੂੰ, ਪਰ ਗੁਰੂ ਕਾ ਸਰੂਪ ਨਾ ਦਿੱਤਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਆ ਗਏ ਦਰਸ਼ਨਾਂ ਨੂੰ। ਨਾਲ ਹੀ ਮੱਖਣ ਸ਼ਾਹ ਆ ਗਿਆ। ਅੰਮ੍ਰਿਤਸਰੀਆਂ ਦੇ ਮਨ 'ਚ ਈਰਖਾ ਬੜਾ ਵੱਡਾ ਰੋਗ ਹੈ, ਈਰਖਾ ਦੀ ਅੱਗ ਹੈ। ਸੋ ਸਾਰੇ ਘਬਰਾ ਗਏ ਵੀ ਇਹ ਨਵਾਂ ਸਰੂਪ ਪ੍ਰਗਟ ਹੋ ਗਿਆ ਤੇ ਹਰਿਮੰਦਰ ਸਾਹਿਬ ਬਹਿ ਗਿਆ, ਸਾਡੀ ਪੂਜਾ ਪ੍ਰਤਿਸ਼ਠਾ, ਸਾਡਾ ਚੜਾਵਾ ਖਤਮ ਹੋ ਜਾਊ। ਪਹਿਲੋਂ ਹੀ ਬਹਾਦਰਸ਼ਣੀ ਡਿਉੜੀ ਆਦਰ ਹਰਿਮੰਦਰ ਸਾਹਿਬ ਨੂੰ ਜਿੰਦੇ ਮਾਰ ਕੇ ਤੇ ਘਰਾਂ ਨੂੰ ਚੜੇ। ਸਾਹਿਬ ਸੱਚੇ ਪਾਤਸ਼ਾਹ ਬਾਹਰੋਂ ਹੀ ਮੱਥਾ ਟੇਕ ਕੇ ਤੇ ਥੜੇ ਸਾਹਿਬ ਤੇ ਕੁਝ ਸਮਾਂ ਬਹਿ ਕੇ ਪ੍ਰਸ਼ਾਦ ਕਰਵਾ ਕੇ ਤੇ ਵਾਪਸ ਆ ਗਏ। ਵੱਲੇ ਨਗਰ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ। ਮਗਰ ਗਈਆਂ ਸ਼ਹਿਰ ਦੀਆਂ ਮਾਈਆਂ ਨੂੰ ਪਤਾ ਲੱਗਾ ਵੀ ਨਾਵਾਂ ਸਰੂਪ ਪ੍ਰਗਟ ਹੋਇਆ ਤੇ ਇਹਨਾਂ ਪੁਜਾਰੀਆਂ ਨੇ ਆਹ ਕਰਤੂਤ ਕੀਤੀ ਹੈ। ਮਗਰ ਗਈਆਂ ਮਾਈਆਂ ਪਦਾਰਥ ਲੈ ਕੇ। ਉਸ ਮੌਕਾ ਹਜ਼ੂਰ ਨੇ ਹੱਸ ਕੇ ਉਹਨਾਂ ਨੂੰ ਵਰ ਦਿੱਤਾ, ਮਾਈਆਂ ਰੱਬ ਰਜਾਈਆਂ, ਸੋ ਉਦੋਂ ਦਾ ਵਰ ਦਿੱਤਾ ਹੋਇਆ ਹੈ। ਫਿਰ ਕੁਝ ਹੋਰ ਪਤਵੰਤਿਆਂ ਨੂੰ ਪਤਾ ਲੱਗਾ, ਉਹ ਵੀ ਮਗਰ ਗਏ ਮੁਆਫੀ ਮੰਗਣ, ਬਖਸ਼ ਲਓ ਸਾਨੂੰ, ਅੰਮ੍ਰਿਤਸਰੀਏ ਜੋ ਹੋਏ। ਤੁਸੀਂ ਅੰਮ੍ਰਿਤਸਰੀਏ ਨਹੀਂ, ਜੇ ਅੰਮ੍ਰਿਤਸਰੀਏ ਹੁੰਦੇ ਤੇ ਫਿਰ ਇਸ ਤਰ੍ਹਾਂ ਕਿਉਂ ਕਰਦੇ? ਅੰਮ੍ਰਿਤਸਰੀਏ ਤਾਂ ਸਾਡੇ ਵੱਡੇ ਸਨ, ਪਿਓ ਦਾਦੇ। ਨਹਿ ਮਸੰਤਰ ਅੰਮ੍ਰਿਤਸਰੀਏ, ਤ੍ਰਿਸ਼ਨਾ ਕੇ ਦਾਦੇ ਅੰਦਰ ਸੜੀ। ਅੰਦਰ ਦੇ ਸੜੇ ਹੋਏ ਹੋ, ਤ੍ਰਿਸ਼ਨਾ ਦੀ ਅੱਗ ਵਿੱਚ ਸੜੇ ਹੋਏ ਹੋ। ਤੁਸੀਂ ਅੰਮ੍ਰਿਤਸਰੀਏ ਹੁੰਦੇ ਤੇ ਇਸ ਤਰ੍ਹਾਂ ਕਿਉਂ ਕਰਦੇ? ਤੁਸੀਂ ਅੰਮ੍ਰਿਤਸਰੀਏ ਨਹੀਂ। ਉਹਨਾਂ ਨਾਲ ਇਹ ਬਚਨ ਹੋਇਆ। ਹੁਣ ਤੱਕ ਭਾਵੇਂ ਤ੍ਰਿਸ਼ਨਾ ਦੀ ਅੱਗ ਉਹਨਾਂ ਦੇ ਮਨ 'ਚ ਉਤਰਾ ਹੀ ਹੋਵੇ, ਖਾ ਰਹੋ ਵਿਚਾਰ ਇਸ ਪਾਸੇ ਨਾ ਜਾਈਏ। ਉਸ ਬੱਲੇ ਪਿੰਡ ਵੀ ਗੁਰਦੁਆਰਾ ਗੁਰੂ ਦਾ ਇਤਿਹਾਸਕ ਸਥਾਨ ਬਣਿਆ, ਮੇਲਾ ਲੱਗਦਾ, ਸੰਗਤਾਂ ਵੇਖਦੀਆਂ।
ਵਾਪਸ ਬਾਬੇ ਬਕਾਲੇ ਆਏ, ਵੇਖਿਆ ਵੀ ਈਰਖਾ ਵਧੀ ਜਾਂਦੀ, ਹੁਣ ਇੱਥੋਂ ਚਲੇ ਜਾਈਏ। ਮੱਖਣ ਸ਼ਾਹ ਵੀ ਨਾਲ ਤੁਰ ਪਿਆ, ਸਾਜੋ ਸਮਾਨ ਜਾ ਰਿਹਾ। ਪੁੱਛਿਆ ਆ ਪਿਛਲੇ ਖਾਸੇ ਚ ਕੀ ਆ ਰਿਹਾ ਹੈ? ਇਹ ਗੁਰੂ ਕਾ ਸਰੂਪ। ਇਹ ਧੀਰ ਮਲ ਕੋਲ ਸੀ ਕਿ ਜਦੋਂ ਅਸੀਂ ਸਮਾਨ ਲੁੱਟ ਕੇ ਲਿਆਂਦਾ ਹੈ ਤਾਂ ਤੁਹਾਡੇ ਕਹਿਣ ਤੋਂ ਸਭ ਕੁਝ ਮੋੜਤਾ ਸੀ, ਪਰ ਸਰੂਪ ਨਹੀਂ ਮੋੜਿਆ। ਇਹ ਵੱਡਿਆਂ ਦੀ ਬਖਸ਼ੀ, ਉਹਦੇ ਉਹ ਲਾਇਕ ਨਹੀਂਗਾ। ਕਹਿੰਦੇ ਉਹਦੀ ਉਪਜੀਵਕਾ ਬਣੀ ਹੋਈ ਹੈ, ਤੁਸੀਂ ਇਸ ਤਰ੍ਹਾਂ ਨਹੀਂ ਸੀ ਕਰਨੀ। ਉਸ ਮੌਕਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੀੜੇ ਤੇ ਰਮਾਲਾ ਪਾ ਕੇ, ਕਬਰ ਕੱਸਾ ਲਾ ਕੇ ਬਿਆਸ ਨਦੀ ਨੂੰ ਸੌਂਪ ਦਿੱਤਾ। ਲੈ ਨਦੀ, ਬਿਆਸ ਨਦੀ, ਇਹ ਸਾਡੀ ਮਾਣ ਤੂੰ ਸੰਭਾਲ ਕੇ ਰੱਖੀ, ਜਦੋਂ ਧੀਰ ਮੱਲ ਆਵੇ ਉਸ ਨੂੰ ਦੇ ਦੇਣੀ। ਤੋ ਉਸ ਮੌਕਾ ਰਾਹੀ ਨੂੰ ਸੁਨੇਹਾ ਦਿੱਤਾ ਕਿ ਕਰਤਾਰਪੁਰ ਧੀਰ ਮੱਲ ਨੂੰ ਸੁਨੇਹਾ ਦੇ ਦਿਓ, ਇੱਥੋਂ ਆਣ ਕੇ ਲੈ ਜਾਵੇ। ਬੜਾ ਖਪਿਆ ਵੀ ਗੁਰੂ ਕਾ ਸਰੂਪ ਤੇ ਕਾਗਜ਼ਾਂ ਦਾ ਲਿਖਿਆ ਹੋਇਆ ਤੇ ਬਿਆਸ ਨਦੀ ਵਗਦੀ ਵਿੱਚ, ਕਾਗਜ਼ ਗਲ ਗਏ ਹੋਣਗੇ, ਕਿਹੜਾ ਪੱਥਰ ਆ ਰੁੜ ਗਿਆ ਹੋਵੇਗਾ। ਫੇਰ ਸੁਪਨੇ 'ਚ ਉਹਨੂੰ ਆਵਾਜ਼ ਆਈ ਵੀ ਹੁਣ ਮੁੱਲੀ ਦਾਸ ਨੂੰ ਕਿਉਂ ਗਵਾਉਣਾ, ਜਾ ਕੇ ਲੈ ਆ। ਫੇਰ ਜਦੋਂ ਲੈਣ ਵਾਸਤੇ ਗਿਆ ਤੇ ਗੁਰੂ ਕਾ ਸਰੂਪ ਲੱਭਦਾ ਨਹੀਂ, ਕਿਉਂਕਿ ਗੁਰਨਾਮੇ ਸਰੂਪ ਦੇ ਨਾਂ ਲੈ ਕੇ ਅਰਦਾਸ ਨਹੀਂ ਕਰਦਾ, ਯਾਦ ਨਹੀਂ ਕਰਦਾ। ਈਰਖਾ ਇਹੋ ਜਿਹੀ ਚੀਜ਼ ਹੈ। ਫਿਰ ਕਿਸੇ ਸਿਆਣੇ ਪੁਰਖ ਨੇ ਸਮਝਾਇਆ ਵੀ ਜਿੰਨਾ ਬਖਸ਼ਿਸ਼ ਕੀਤੀ ਉਹਦਾ ਨਾਂ ਲੈ ਕੇ ਅਰਦਾਸ ਕਰ। ਫਿਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਿਆਸ ਨਦੀ ਤੋਂ ਲੱਭਿਆ ਤੇ ਇਤਿਹਾਸ ਪੜ੍ਹ ਕੇ ਵੇਖ ਲਓ, 13 ਦਿਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵਗਦੀ ਨਦੀ 'ਚ ਪਿਆ ਰਿਹਾ ਹੈ। ਜਿੱਥੋਂ ਤੋਂ ਅੱਖਰ ਸੀ ਬਾਰ-ਬਾਰ ਹਾਸ਼ੀਆ ਭਿੱਜਾ, ਅੰਦਰ ਪਾਣੀ ਨਹੀਂ ਗਿਆ। ਇਸ ਪ੍ਰਕਾਰ ਉਹ ਸਰੂਪ ਹੁਣ ਤੱਕ ਕਰਤਾਰਪੁਰ ਸਾਹਿਬ ਹੈ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਦੇਣ ਹੈ। ਇੱਥੋਂ ਚੱਲ ਕੇ ਕੀਰਤਨਪੁਰ ਸਾਹਿਬ ਆਏ, ਉੱਥੇ ਈਰਖਾ ਵੱਧਦੀ ਵੇਖ ਕੇ ਅੱਗੇ ਚਲੇ ਗਏ। ਸੋ ਜੋ ਧਰਤੀ ਅੱਜ ਕੱਲ ਆਨੰਦਪੁਰੀ ਕਹਾਉਂਦੀ ਹੈ, ਇਹ 1,57,000 ਦੀ ਭੀਮ ਚੰਦ ਦੇ ਪਿਤਾ ਦੀਪ ਚੰਦ ਪਾਸੋਂ ਖਰੀਦ ਕੇ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਧਰਤੀ ਵਸਾਈ। ਮਕਾਨ ਆਦਿਕ ਬਣਨੇ ਸ਼ੁਰੂ ਹੋਏ ਤੇ ਹੋਰ ਕਈ ਕੁਝ ਹੋਇਆ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਮਹਾ ਇੱਥੋਂ ਵੀ ਅੱਗੇ ਚਲੇ ਗਏ। ਸੋ ਕਿੱਧਰ ਨੂੰ ਗਏ? ਜੋ 10ਵੇਂ ਪਾਤਸ਼ਾਹ ਲਿਖਦੇ, ਮੁਰਪਿਤ ਪੂਰਬ ਕੀ ਆਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤਰ ਬੇਣੀ ਭਏ, ਪੁੰਨ ਦਾਨ ਦਿਨ ਕਰਤ ਕਰਤ ਬਿਤਾਏ, ਜਹੀ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਸਾਹਿਬਾਂ ਦੇ ਬਚਨਾਂ ਅਨੁਸਾਰ ਪਟਨੇ ਸ਼ਹਿਰ ਨੂੰ ਚਲੇ ਗਏ, ਉਧਰੋਂ ਧੋਬੜੀ ਵੱਲ ਨੂੰ ਚਲੇ ਗਏ, ਸ਼ਾਮ ਦੇਸ ਨੂੰ ਚਲੇ ਗਏ। ਲੰਬਾ ਚੌੜਾ ਪ੍ਰਸੰਗ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਮੇਨ ਦਿਨ ਅੱਜ ਸ਼ਹੀਦੀ ਪੁਰਬ ਦਾ ਹੈ। ਇੱਕ ਦੀਵਾਨ ਪਿੱਛੇ ਹੋਇਆ, ਅੱਜ ਹੋਇਆ ਤੇ 2 ਅਜੇ ਹੋਰ ਹੋਣੇ ਹੈ। ਉਸ ਸੰਬੰਧ 'ਚ ਬੇਨਤੀਆਂ ਕਰਨੀਆਂ, ਦਿੱਲੀ ਜਾ ਕੇ ਕਿਵੇਂ ਆਪ ਜੀ ਨੇ ਸ਼ਹੀਦੀ ਦਿੱਤੀ। ਲੰਮਾ ਚੌੜਾ ਪ੍ਰਸੰਗ ਗੁਰੂ ਕਾ ਇਤਿਹਾਸ ਹੈ। ਰਮਤਾ ਇੱਥੋਂ ਕਰੀਏ ਕਿੱਥੋਂ ਕਰੀਏ, ਔਰੰਗਜ਼ੇਬ ਸੋ ਉਸ ਮੌਕਾ ਰਾਜਾ ਬਣ ਗਿਆ। ਪਿਤਾ ਦੀਆਂ ਅੱਖਾਂ ਕੱਢ ਕੇ, ਭਰਾਵਾਂ ਨੂੰ ਮਾਰ ਕੇ, ਭੁੱਖਿਆਂ ਧਿਆਇਆਂ ਰੱਖ ਕੇ, ਜ਼ਾਲਮ ਸੁਭਾਅ ਦਾ ਸੋ ਰਾਜ ਗੱਦੀ ਸਾਂਭ ਕੇ ਬਹਿ ਗਿਆ ਹੈ। ਔਰੰਗਜ਼ੇਬ ਦਾ ਅਸੂਲ ਸੀ ਪਹਿਲਾਂ ਕੀ ਕ੍ਰਿਸ਼ਨ ਭਗਵਾਨ ਨੇ ਗੀਤਾ ਦਾ ਪਾਠ ਉਚਾਰਿਆ। ਅਰਜਨ ਨੂੰ, ਸੰਗਤਾਂ ਨੂੰ ਆਮ ਤੌਰ ਤੇ ਸਿੱਖਿਆ ਦਿੱਤੀ ਹੋਈ ਹੈ, ਬੜਾ ਪ੍ਰਚਲਿਤ ਪਾਠ ਹੈ। ਔਰੰਗਜ਼ੇਬ ਗੀਤਾ ਦਾ ਪਾਠ ਕਰਵਾਇਆ ਕਰਦਾ ਤੇ ਰੋਜ਼ ਸੁਣਿਆ ਕਰਦਾ, ਪਰ ਜਿੱਥੇ ਆਪ ਬੈਠਦਾ ਆਪਣੇ ਤੋਂ ਉੱਚਾ ਆਸਣ ਇੱਕ ਪੰਡਤ ਰੱਖਿਆ ਸੀ, ਉਹਦਾ ਵਿਛਾਇਆ ਹੋਇਆ ਸੀ, ਉਹ ਰੋਜ਼ ਪਾਠ ਸੁਣਾਇਆ ਕਰਦਾ। ਤੇ ਗੀਤਾ ਦੇ ਪਾਠ ਵਿੱਚ ਪੰਕਤੀਆਂ ਆਉਂਦੀਆਂ, ਜਿਹੜਾ ਆਪਣਾ ਧਰਮ ਹੋਵੇ ਨਾ, ਭਾਵੇਂ ਵੇਗੁਣਾ ਵੀ ਕਿਉਂ ਨਾ ਹੋਵੇ, ਉਹਨੂੰ ਕਲਿਆਣਕਾਰੀ ਸਮਝ ਕੇ ਤੇ ਉਹਨੂੰ ਹੀ ਵਧਾਉਣਾ ਚਾਹੀਦਾ। ਪਰ ਪੰਡਤ ਵਿਦਵਾਨ ਸਿਆਣਾ ਸੀ, ਗੀਤਾ ਦਾ ਪਾਠ ਰੋਜ਼ ਸੁਣਾ ਦਿੰਦਾ, ਪਰ ਉਹ ਪੰਕਤੀਆਂ ਛੱਡ ਜਾਂਦਾ, ਉਹ ਨਾ ਸੁਣਾਇਆ ਕਰਦਾ। ਸਮਾਂ ਗੁਜ਼ਰਦਾ ਗਿਆ, ਉਪਜੀਵਕਾ ਚੱਲਦੀ ਰਹੀ ਪੰਡਤ ਦੀ। ਇੱਕ ਦਿਨ ਪੰਡਤ ਦਾ ਸਰੀਰ ਢਿੱਲਾ ਹੋ ਗਿਆ, ਬੁਖਾਰ ਹੋ ਗਿਆ, ਜਾਣ ਦੀ ਹਿੰਮਤ ਨਾ ਰਹੀ। ਉਹਨੇ ਆਪਣੇ ਪੁੱਤਰ ਨੂੰ ਵੀ ਪੜ੍ਹਾਇਆ ਹੋਇਆ ਸੀ। ਕਹਿੰਦਾ, ਪੁੱਤਰ ਜੇ ਅਸੀਂ ਨਾ ਗਏ ਤੇ ਔਰੰਗਜ਼ੇਬ ਹੋਰ ਪੰਡਤ ਸੱਦ ਲੂ, ਸਾਡੀ ਨੌਕਰੀ ਜਾਂਦੀ ਰਹੂ। ਅੱਜ ਮੇਰੇ ਥਾਂ ਪਾਠ ਤੂੰ ਸੁਣਾਇਆ। ਪਰ ਮਾੜਿਆਂ ਭਾਗਾਂ ਨਾਲ ਇਹ ਗੱਲ ਸਮਝਾਉਣੋਂ ਭੁੱਲ ਗਿਆ ਵੀ ਆਹ ਪੰਕਤੀਆਂ ਨਾ ਪੜ੍ਹੀ। ਇਹ ਦੱਸਣਾ ਚਾਹੀਦਾ ਸੀ ਨਾ ਵੀ ਆਹ ਨਾ ਪੜ੍ਹੀ, ਮੈਂ ਨਹੀਂ ਪੜ੍ਹਦਾ, ਤੂੰ ਵੀ ਨਾ ਪੜ੍ਹੀ। ਕਿ ਔਰੰਗਜ਼ੇਬ ਦੀ ਕੰਨੀ ਪੈ ਗਈਆਂ ਤੇ ਫਿਰ ਸਭ ਕੁਛ ਕੰਮ ਦੂਜੇ ਪਾਸੇ ਚਲੇ ਜਾਊ। ਉਸ ਪੰਡਤ ਦੇ ਬੱਚੇ ਨੂੰ ਪਤਾ ਨਹੀਂ ਸੀ, ਉਹਨੇ ਜਾ ਕੇ ਪਾਠ ਸੁਣਾਇਆ। ਜਦੋਂ ਇਹ ਪੰਕਤੀਆਂ ਸੁਣੀਆਂ, ਔਰੰਗਜ਼ੇਬ ਕਹਿੰਦਾ ਮੈਂ ਅੱਗੇ ਨਹੀਂ ਕਦੇ ਸੁਣੀਆਂ, ਇਹ 5-7 ਵਾਰੀ ਘੜੀ ਮੁੜੀ ਇਹੋ ਜਿਹੀ ਪੰਕਤੀਆਂ ਸੁਣਾ।
सुन सुन के कहता बस फैसला हो गया। कृष्ण भगवान वालों भी गवाही मिल गई है, हुण मुसलमानी माती वधाऊंगा, इहो कल्याणकारी समझूंगा, मैनू अज तो पाठ सुन दी हुण लोड़ नहीं। काजियां मलाणियां बलदी ते होर तेल पाया, असीं ते अगे जाणदे सां महाराज साहब, डरदे नहीं सी तुहानूं कुछ कहिंदे, इस करके सानूं मुसलमानी माती ही वधाउणी चाहीदी है। उस मौका हुक्म जारी हो गए कि वध तो वध इन्हां हिंदुआं नूं लालच दे के मुसलमान बनाओ, नहीं मनदे ते कतलेआम करो, इन्हां दी जंजू लाओ, इन्हां दे टिक्के लाओ। इस प्रकार सब तो वड्डे विद्वान कश्मीर विच पंडित लोग रहिंदे सी, बहुते पढ़े ते सियाणे विद्वान। उस दा सूबा शेर अफगन, उसने बहुती आत शुरू कर दित्ती। आखर दुआरे मंदिर ढाउणे शुरू करते, मसीतां बनाउणियां शुरू करतियां। एक दिन ढंडोरा फेर के दूर दूर तक दे जिन्ने विद्वान पंडित सी सब सद लए। बहुत वड्डा पंडाल सजिया, अपनी मुसलमानी मत का प्रचार किया, फौज नाल घेरा पा लिया, सारे इत्थे मार देने है, हुणे सारे जंजू ला ला इत्थे रखी जाओ। जंजू एक धागा हुंदा मेड़िया होया, चौकड़ मुल अणाया, मैं सिक्खा पाया, सिक्खा सो गल पाया, सिक्खा कन चढ़ाइया, आदि पंक्तियां महाराज साहब जी दियां। माइयां भी सूद कट्टिया करदियां, रूह तो पूनी तो तकड़े ते छली बन जाती, अट्टी बन जाती, मड़ा मूही हो जाता। ला ला रखे डरदियां सारियां इन्हां हिंदुआं ने जनेऊ किड्डा ढेर लग गया। तकड़ी ना तोलिया ते सवा मन होया। हर रोज सवा मन होने मुश्किल है, एक दिन सवा मन होया, उदों दी गल बनी। सवा मन जन्नू एक दिन जी ला के फिर प्रसादा छकिया, हैरान हो गए, हाहाकार मच गई। उथों दे पंडितां ने बेनती की, शेर अफगन सानू 6 महीने की मोहलत दे दिओ, असी कोई देवता राध लईए, जे साडे धर्म की रखिया देवता करू ते सिर मथे ना करो तो असीं आपे ही मुसलमान बन जावांगे, कलमा पढ़ लवांगे, फिर सानू माफ कर दिओ जे साडी मदद हो गई। हस के कहंदा जेड़े देवते तुसां मिट्टी दे पत्थर दे चूने दे बनाए है, तुहाडे सामने मैं सैकड़े नहीं हजारां ही भन्न तोड़ के चूना बना के मसीतां नूं ला दित्ते है। ये तो तुहाडे ख्याली पलाओ ने, पका लो होर 6 महीने, दित्ती छुट्टी तुहानू, मैनू खून ना हथ ना रंगने पैण, चुपचाप ही मुसलमान फिर बन जाओ। फिर अमरपुरी विच जाके शिवां दे मंदिर दे सामने इन्हां पंडितां ने भुख हड़ताल रख लई, नहीं कुछ खाना, नहीं कुछ पीना ते नहीं सौना। शिवां दा मंदिर है, जिहड़े रात आराधना करी जांदे, आराधना करी जांदे, बेनतियां करी जांदे। 7 दिन गुजर गए, डिग डिग पैण वाले हो गए। उस मौका शिवा वालों आवाज आई, पंडितों भुखे ध्याए ना मरो, कल युग का समा, किसी देवते ने सहायता तुहाडी नहीं करनी, करनी है कि गुरु नानक पातशाह की गद्दी के वारस ने करनी है। अमरावती अखरां च लिखी हुई चिट्ठी मिली, एक बिरध जोगी के दर्शन होए, उन्हें भी इहो सलाह दी। उस मौका वो चिट्ठी लैके इकट्ठे होके फिर सारे जाने सो आनंदपुर साहब सच्चे पातशाह महाराज साहब गुरु तेग बहादुर चरना च पहुंचे। सो उस मौका साहब सच्चे पातशाह महाराज साहब दीवान सजाया सी। 10वें पातशाह भी चरना च हाजिर होए। पिता जी कौन ने, की मंगदे ने, क्यों? गलां च पल्ले पाए सी ते मूंह विच घा लिया होया सी, अखां तो रोई जांदे सी। ये मूंह च घा क्यों लिया है? असीं तुहाडीआं निमाणीआं गऊआं, रोंदे क्यों है? इनका धर्म धक्के ना खोया जा रहा है। 10वें पातशाह कहते पिता जी साडा तां अवतार ही धर्म की रखिया लई होया, हम ये काज जगत मोह आए, धर्म हेतु गुरदेव पठाए, चाहे तह तुम धर्म चलाए, कबुद्ध करन ते लोग हटाए, जाही काज धरा हम जन्म, समझ लियो साधु सब मरम। इस करके धर्म की रखिया करनी चाहिए है। पुत्र जी सीस बलिदान देना पैना है, सीस कुर्बानी बलिदान दे देने नहीं, नहीं किसी बंदगी वाले महान तपस्वी संत दा, महान तपस्वी संत बंदगी वाला पिता जी तुहाडे तो वड्डा होर कोई नहीं। पर एक खाली नहीं मंगते मुड़ने चाहिए हिंदू लोग, तिलक जन्नू जनेऊ वाले रखा जरूर करो इन्हां दी। ते पुत्र जी फिर तेग भी चलाउणी पैनी है, पिता जी मेथों चलवा लियो, मैं चला लूं।
इस प्रकार सलाह प्यो पुत्र दी होई। जाओ हिंदुओ कह दिओ औरंगजेब नूं, साडे धर्म दे आगू साडे गुरु तेग बहादुर पातशाह ओदन ते मन गए ते आके कह दिता, अज नहीं। ओदन ते शिवा दी गल मन ली पर अज नहीं, अब शिव सैना बना ली, मुकाबला करन दे ने। ला लो जोर, किरत कहानी बनना जिन्ना मर्जी बन जाओ। उदों देवी देवतियां सहायता नहीं की, हुण करनगे। गुरुआं दे गुरु अकाल पुरख दी जोर साहब गुरु ग्रंथ साहब अनुसार जिंदगी बना लीए सारे। ਇਹ ਕਿਸੇ ਕੌਮ ਦਾ ਪ੍ਰਕਾਰ, ਪਾਰਟੀ ਦਾ ਪ੍ਰਕਾਰ ਨਹੀਂ, ਸਭ ਦੀ ਸਾਂਝੀ ਵਸਤੂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਬਖਸ਼ੀ ਹੈ। 500 ਤੋਂ ਵੱਧ ਲਫ਼ਜ਼ ਗੁਰੂ ਗ੍ਰੰਥ ਸਾਹਿਬ 'ਚ ਮੁਸਲਮਾਨਾਂ ਦੇ ਹੀ ਹੈ। ਕਿਸੇ ਕੌਮ ਨਾਲ, ਕਿਸੇ ਬੰਦੇ ਨਾਲ ਕੋਈ ਵਿਤਕਰਾ ਨਹੀਂ। ਜੇ ਧੱਕਾ ਮੁਸਲਮਾਨਾਂ ਨਾਲ ਹੁੰਦਾ ਤਾਂ ਵੀ ਸੀਸ ਬਲੀਦਾਨ ਦੇਣਾ ਸੀ, ਜੇ ਧੱਕਾ ਤਿਲਕ ਜੰਨੂ ਵਾਲਿਆਂ ਨਾਲ ਹੋ ਲਿਆ ਤਾਂ ਵੀ ਸੀਸ ਬਲੀਦਾਨ ਦਿੱਤਾ। ਇਸ ਪ੍ਰਕਾਰ ਜਾਓ ਔਰੰਗਜ਼ੇਬ ਨੂੰ ਕਹਿ ਦਿਓ, ਸਾਡੇ ਧਰਮ ਦੇ ਮੋਢੀ ਨਾਵੇਂ ਸਰੂਪ ਗੁਰੂ ਤੇਗ ਬਹਾਦਰ ਪਾਤਸ਼ਾਹ ਹਨ, ਤੁਸੀਂ ਉਹਨਾਂ ਨੂੰ ਇੱਕ ਬੰਦੇ ਨੂੰ ਮਨਾ ਲਓ, ਅਸੀਂ ਸਾਰੇ ਆਪੇ ਹੀ ਮੰਨ ਜਾਵਾਂਗੇ, ਮੁਸਲਮਾਨ ਬਣ ਜਾਵਾਂਗੇ, ਕਲਮਾ ਪੜ੍ਹ ਲਵਾਂਗੇ। ਤੇ ਜੇ ਉਹ ਇੱਕ ਨਾ ਮੰਨਣ ਫਿਰ ਸਾਨੂੰ ਵੀ ਮੁਆਫ ਕੀਤਾ ਜਾਵੇ। ਤੇ ਹਜ਼ੂਰ ਕਹਿੰਦੇ ਲਿਖਤੀ ਐਦਨਾਮਾ ਉਹਨਾਂ ਕੋ ਲੈ ਲਿਓ, ਜ਼ਬਾਨੀ ਨਹੀਂ ਉਹਨੇ ਮੁੱਕਰ ਜਾਣਾ। ਜੇ ਲਿਖਤੀ ਲੈ ਲਿਆ ਔਰੰਗਜ਼ੇਬ ਪਾਸੋਂ, ਔਰੰਗਜ਼ੇਬ ਬੜਾ ਖੁਸ਼ ਹੋਇਆ, ਕਹਿੰਦਾ ਖੁਦਾ ਅੱਲਾ ਮੇਰੀ ਮਦਦ ਕਰ ਰਿਹਾ ਹੈ, ਕਿਉਂਕਿ ਇੱਕ ਬੰਦੇ ਨੂੰ ਮਨਾਉਣ ਦੀ ਕਿਹੜੀ ਗੱਲ ਹੈ। ਜੋ ਦੁਨੀਆ ਦੀ ਵਸਤੂ ਮੰਗੂ ਮੈਂ ਰਾਜਾ ਉਹੋ ਹੀ ਦੇ ਦਊਂ। ਇਸ ਪ੍ਰਕਾਰ ਇੱਕ ਬੰਦੇ ਨੂੰ ਮਨਾਉਣ ਦੀ ਕਿਹੜੀ ਗੱਲ ਹੈ, ਖੁਦਾ ਮੇਰੀ ਮਦਦ ਕਰ ਰਿਹਾ, ਪਰ ਸਮਾਂ ਆਊ ਤੇ ਪਤਾ ਲੱਗੂ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਾਰੇ ਹਿੰਦਵਾਨ ਦਾ ਜਿਹੜਾ ਜ਼ੁਲਮ ਹੋ ਰਿਹਾ ਸੀ, ਸੋ ਇਸ ਪ੍ਰਕਾਰ ਉਹਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ ਹਿੰਦੂਆਂ ਦੀ। ਸੋ ਇਕੱਠਾ ਹੋ ਕੇ ਸਾਰਾ ਇਹਨਾਂ ਦਾ ਜੱਥਾ ਡੈਪੂਨੇਸ਼ਨ ਇਕੱਠਾ ਹੋ ਕੇ ਆਇਆ, ਪਹੁੰਚਾ ਦਿੱਲੀ ਤੇ ਆ ਕੇ ਔਰੰਗਜ਼ੇਬ ਨੂੰ ਦੱਸ ਦਿੱਤਾ। ਉਸ ਮੌਕਾ ਹੁਕਮ ਜਾਰੀ ਹੋਇਆ ਕਿ ਲਿਆਓ ਨਾਵੇਂ ਪਾਤਸ਼ਾਹ ਨੂੰ, ਆਇੰਦੀਏ ਚੱਲੇ ਪਕੜਨ ਵਾਸਤੇ। ਆਇੰਦੀਏ ਕਿਸ ਤਰ੍ਹਾਂ ਚੱਲਦੇ ਹੁੰਦੇ ਸੀ ਉਦੋਂ, ਗੱਡੀਆਂ ਮੋਟਰਾਂ ਨਹੀਂ, ਪਲੰਘਾਂ। ਐਸ ਪਿੰਡ ਦੇ ਚੌਧਰੀਆਂ ਚੁੱਕਣਾ ਤੇ ਅਗਲੇ ਪਿੰਡ ਛੱਡ ਆਉਣਾ, ਉਹਨਾਂ ਚੁੱਕਣਾ ਤੇ ਅਗਲੇ ਪਿੰਡ ਛੱਡ ਆਉਣਾ, ਪਿੰਡੋਂ ਪਿੰਡ ਐਡੀਆਂ ਨੂੰ ਖੜਨਾ। ਗੁਰੂ ਚਰਨਾਂ 'ਚ ਪਹੁੰਚੇ, ਦਰਸ਼ਨ ਕਰਕੇ ਲੰਗਰ ਪਾਣੀ ਛਕ ਕੇ ਪ੍ਰਭਾਵਿਤ ਹੋ। ਹਜ਼ੂਰ ਨੇ ਸਰੋਪੇ ਦੇ ਕੇ ਮੋੜ ਦਿੱਤੇ ਵੀ ਜਾਓ, ਅਸੀਂ ਆਪੇ ਆ ਜਾਵਾਂਗੇ। ਸਮਾਂ ਗੁਜ਼ਰਿਆ, ਔਰੰਗਜ਼ੇਬ ਕਾਹਲਾ ਪੈ ਗਿਆ ਕਿਤੇ ਭਗੌੜੇ ਨਾ ਹੋ ਜਾਣ। ਸਾਹਿਬ ਸੱਚੇ ਪਾਤਸ਼ਾਹ ਭਗੌੜੇ ਕਿਉਂ ਹੋਣਗੇ? ਕਿਉਂ? ਕਦੋਂ? ਜਦੋਂ ਇਹ ਸਾਰੇ ਪੰਡਤ ਇਕੱਠੇ ਹੋ ਕੇ ਆਏ ਸੀ, ਅੰਤਰਜਾਮੀ ਸਤਿਗੁਰੂ ਜਾਂਦਿਆਂ ਹੀ ਕਹਿੰਦੇ, ਆਓ ਪੰਡਤੋ, ਸਾਡਾ ਸੱਚਖੰਡ ਨੂੰ ਜਾਣ ਦਾ ਸੁਨੇਹਾ ਲਿਆਏ ਹੋ। ਸਾਡੇ ਵੱਡੇ ਸਤਿਗੁਰੂ ਗੁਰੂ ਨਾਨਕ ਨੂੰ ਸੁਨੇਹਾ ਵੀ ਸ਼ਿਵਾ ਨੇ ਭੇਜਿਆ ਸੀ, ਤੇ ਸਾਨੂੰ ਵੀ ਸ਼ਿਵਾ ਨੇ ਭੇਜ ਦਿੱਤੀ ਚਿੱਠੀ। ਜਾਓ, ਤੁਹਾਡੀ ਜ਼ਿੰਮੇਵਾਰੀ ਅਸਾਂ ਲੈ ਲਈ, ਕਿਉਂਕਿ ਗੁਰੂ ਨਾਨਕ ਪਾਸ ਸੱਚਖੰਡ ਜਦੋਂ ਜਾਣਾ ਸੀ, ਸ਼ਿਵ ਬ੍ਰਹਮਾ ਤੇ ਸ਼ਿਵ ਭਾ ਵਿਸ਼ਨੂੰ ਤਿੰਨਾਂ ਨੇ ਕਮਲੀਆ ਜੋ ਪੱਠੇ ਲੈਣ ਗਿਆ ਤੇ ਸ਼ਿਵਾ ਨੇ ਆਪਣੀ ਵਿਭੂਤੀ ਦੀ ਨਿਸ਼ਾਨੀ ਦੇ ਕੇ ਬੇਨਤੀ ਕਰ ਭੇਜੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਸਿਮਰ ਸਤਨਾਮ ਜਗ ਜਾਪੂ, ਸੱਚਖੰਡ ਗਮਰੋ ਅਬ ਆਪੂ। ਇਹ ਚੌਪੀਆਂ ਉਚਾਰ ਕੇ ਬੇਨਤੀ ਕੀਤੀ ਸੀ ਤੇ ਮਹਾਰਾਜ ਸਾਹਿਬ ਕੇ ਸੱਚਖੰਡ ਨੂੰ ਜਾਣ ਦਾ ਸਾਡਾ ਸੁਨੇਹਾ ਆ ਗਿਆ ਤੇ ਤਿਆਰੀ ਕੀਤੀ ਤੇ ਮਹਾਰਾਜ ਸਾਹਿਬ ਫਿਰ ਗਏ ਸਨ ਸੱਚਖੰਡ ਨੂੰ। ਗੁਰੂ ਨਾਨਕ ਪਾਤਸ਼ਾਹ ਉਹ ਇਸ਼ਾਰਾ ਕੀਤਾ, ਨਾਵੇਂ ਪਾਤਸ਼ਾਹ ਨੇ ਪੰਡਤੋ ਸ਼ਿਵਾ ਵੱਲੋਂ ਤੁਹਾਡੇ ਸਤਿਗੁਰੂ ਨੂੰ ਵਿਭੂਤੀ ਚਿੱਠੀ ਭਾਵ ਸੁਨੇਹਾ ਭੇਜਿਆ ਸੀ ਤੇ ਸਾਡੇ ਲਈ ਚਿੱਠੀ ਭੇਜ ਦਿੱਤੀ ਹੈ ਸੱਚਖੰਡ ਨੂੰ ਜਾਣ ਦੀ। ਜਾਓ, ਤੁਹਾਡੀ ਜ਼ਿੰਮੇਵਾਰੀ ਸਿਰ ਤੇ ਲੈਨੇ ਹੈ। ਤਾਂ ਇਕੱਠੇ ਹੋ ਕੇ ਗਏ ਸੀ। ਆਇੰਦੀਏ ਆਦਿਕ ਆਏ, ਸਤਿਗੁਰੂ ਸੱਚੇ ਪਾਤਸ਼ਾਹ ਰੂਪਾ ਆਦਿਕ ਦੇ ਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ। ਕੁਝ ਜੀਵਾਂ ਦੀਆਂ ਅਰਦਾਸਾਂ ਸੀ ਉਹ ਪੂਰੀਆਂ ਕਰਨੀਆਂ ਸੀ, ਸੁੱਖਣਾ ਪੂਰੀਆਂ ਕਰਨੀਆਂ ਸੀ। ਉਥੋਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਸਿੱਖੀ ਪ੍ਰਕਾਰ ਲਈ ਨਿਕਲ ਤੁਰੇ। ਕੁਝ ਕੁ ਮਹੀਨੇ ਗੁਜ਼ਰੇ, ਸੈਫਦੀਨ ਆਦਿਕ ਹੋਰ ਥਾਵਾਂ ਤੇ ਹੁੰਦੇ ਹੋਏ ਹੋਰ ਕਈਆਂ ਦਾ ਭਲਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕੀਤਾ। ਤੇ ਜਦੋਂ ਆਗਰੇ ਪਹੁੰਚੇ ਤੇ ਉਥੋਂ ਦਾ ਮੁਸਲਮਾਨ ਉਹਦੇ ਮਨ ਵਿੱਚ ਸੀ, ਜਦੋਂ ਪਤਾ ਲੱਗਾ ਵੀ ਲੱਭਦੇ ਨਹੀਂ, ਨਾਵੇਂ ਪਾਤਸ਼ਾਹ ਭਗੌੜੇ ਹੋ ਗਏ ਐ, ਇਨਾਮ ਰੱਖ ਦਿੱਤਾ 1000 ਰੁਪਈਆ। ਸੋ ਉਸ ਮੌਕਾ ਨਾਮ ਲੈਣ ਦੇ ਲਾਲਚ ਵਿੱਚ ਉਹ ਫਕੀਰ ਰਾਧ ਰਿਹਾ ਸੀ ਕਿ ਕਿਤੇ ਮੇਰੇ ਰਾਹੀਂ ਮਹਾਰਾਜ ਸਾਹਿਬ ਜੀ ਸੋ ਗਿਰਫਤਾਰੀ ਦੇਣ, ਪੈਸੇ ਮੈਨੂੰ ਮਿਲ ਜਾਣ, ਮੇਰੀ ਬੱਚੀ ਜਵਾਨ ਮੈਂ ਸ਼ਾਦੀ ਕਰਾ ਲੂੰ, ਇਸ ਆਰੇ ਮੇਰੀ ਗਰੀਬੀ ਕੱਟੀ ਜਾਏ।
ਸਾਹਿਬ ਸੱਚੇ ਪਾਤਸ਼ਾਹ ਆਗਰੇ ਬਾਗ ਵਿੱਚ ਗਏ ਨੇ। ਜਾਲੀ ਉਹਦਾ ਪੁੱਤਰ ਬੱਕਰੀਆਂ ਚਾਰਦਾ ਆਇਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਲੈ ਸਾਡੀ ਮੁੰਦਰੀ ਬੜੀ ਕੀਮਤੀ ਹੀਰੇ ਜੜਤ, ਸੋ ਸਾਨੂੰ ਮਠਿਆਈ ਲਿਆ ਕੇ ਦੇ। ਮਹਾਰਾਜ ਸਾਹਿਬ ਆ ਕੇ ਕਾਹਦੇ ਚ ਲਿਆਉਂ, ਦੁਸ਼ਾਲਾ ਬੜਾ ਸੁੰਦਰ ਦੇ ਦਿੱਤਾ। ਛਾਟ-ਕੱਟ ਸਾਖੀ ਕਰਨੀ ਪੈਣੀ, ਇਤਿਹਾਸ ਲੰਬਾ ਹੈ। ਜਾ ਕੇ ਹਲਵਾਈ ਨੂੰ ਦਿੱਤੀ ਮੁੰਦਰੀ ਬੜੀ ਕੀਮਤੀ। ਪੁੱਛਿਆ ਚਾਰ ਸਵੇਰੇ ਵੇਖੀ ਏਡੀ ਕੀਮਤੀ ਹੀਰੇ ਜੜ